ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਮੇਰੇ ਨਾਲ ਇਸ ਵੇਲੇ ਸਿਆਸੀ ਮਾਹਰ ਡਾਕਟਰ ਪਿਆਰੇ ਲਾਲ ਗਰਗ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਕਿਸਾਨੀ ਅੰਦੋਲਨ ਦੇ ਵਿਚਾਲੇ ਹੁਣ ਇਸ ਦੀ ਦਿਸ਼ਾ ਦੇ ਉੱਤੇ ਕਿਸ ਤਰ੍ਹਾਂ ਦਾ ਕੰਮ ਕੀਤਾ ਜਾ ਰਿਹਾ। ਦੂਜੀ ਗੱਲ ਇਹ ਕਿ ਜਿਹੜੀ ਚਿੱਠੀ ਕੇਂਦਰ ਨੇ ਲਿਖੀ ਸੀ ਉਹਦਾ ਜਵਾਬ ਕਿਸਾਨਾਂ ਵੱਲੋਂ ਕੀ ਦਿੱਤਾ ਜਾ ਰਿਹਾ ਹੈ ਤੇ ਕਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਜਿਹੜੀਆਂ ਲਗਾਤਾਰ ਇਸ਼ਤਿਹਾਰਬਾਜ਼ੀ ਕਰਕੇ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਕਿਸਾਨ ਜਿਹੜੇ ਕਹਿ ਰਹੇ ਨੇ ਖੇਤੀ ਕਾਨੂੰਨ ਰੱਦ ਕਰੋ, ਉਸ ਤੋਂ ਬਾਅਦ ਅਗਲੀ ਗੱਲ ਹੋਏਗੀ। ਇਹ ਸਾਡੇ ਲਈ ਕਿਸੇ ਵੀ ਕੀਮਤ ਤੇ ਲਾਹੇਵੰਦ ਨਹੀਂ। ਡਾਕਟਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਹੁਣ ਚਿੱਠੀ ਲਿਖੀ ਸੀ ਕੇਂਦਰ ਨੇ, ਉਸ ਦੇ ਵਿੱਚ ਕੀ ਸੀ ਤੇ ਕਿਸਾਨਾਂ ਨੇ ਜਵਾਬ ਕਿਸ ਤਰ੍ਹਾਂ ਦਾ ਦਿੱਤਾ ਕੇਂਦਰ? ਸੁਰਿੰਦਰ ਜੀ, ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਸ ਅੰਦੋਲਨ ਨੂੰ ਬਹੁਤ ਵਧੀਆ ਤਰੀਕੇ ਨਾਲ ਕਵਰ ਕਰ ਰਹੇ ਹੋ। ਜਿੱਥੋਂ ਤੱਕ ਸਵਾਲ ਹੈ ਕੇਂਦਰ ਦੀ ਚਿੱਠੀ ਦਾ, ਕੇਂਦਰ ਨੇ ਜਿਹੜੀ ਚਿੱਠੀ ਲਿਖੀ, ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਹੈ ਅਖਬਾਰਾਂ 'ਚ ਦਿੱਤੀ ਸਟੇਟਮੈਂਟ। ਨਰਿੰਦਰ ਤੋਮਰ ਜੀ ਨੇ 61 ਪੰਨਿਆਂ ਦੀ ਚਿੱਠੀ ਲਿਖੀ ਤੇ ਫਿਰ ਇਹਨਾਂ ਨੇ ਇੱਕ ਚਿੱਠੀ ਲਿਖੀ ਜਿਹਦੇ ਵਿੱਚ ਡਾਕਟਰ ਦਰਸ਼ਨਪਾਲ ਨੂੰ ਸੰਬੋਧਿਤ ਸੀ, ਬਾਕੀ 39 ਹੋਰ ਨੂੰ, 40 ਨੂੰ ਜਿਨ੍ਹਾਂ ਨੇ ਪਾਰਟੀਸਪੇਟ ਕਰਿਆ ਸੀ। ਤਾਂ ਉਸ ਚਿੱਠੀ ਦੇ ਵਿੱਚ ਕੇਂਦਰ ਨੇ ਮੁੱਖ ਜਿਹੜੇ ਨੁਕਤੇ ਉਠਾਏ ਸੀ, ਜੋ ਅਖਬਾਰਾਂ 'ਚ ਆ ਚੁੱਕਿਆ ਸਾਰਾ ਕੁਛ, ਉਹ ਇਹ ਸੀਗੇ ਕਿ ਵੀ ਚਿੱਠੀ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ MSP ਦੇ ਵਾਸਤੇ ਤੁਹਾਨੂੰ ਇਨਸ਼ੋਰ ਕਰ ਸਕਦੇ ਹਾਂ, ਇਹ ਜਾਰੀ ਹੈ, ਜਾਰੀ ਰਹੇਗੀ। ਤੇ MSP ਤੇ ਖਰੀਦ ਜਾਰੀ ਹੈ, ਜਾਰੀ ਰਹੇਗੀ, ਇਹਦਾ ਉਹਨਾਂ ਨੇ ਜਵਾਬ ਦਿੱਤਾ ਹੈ। ਦੂਜਾ, ਉਹਨਾਂ ਨੇ ਆਖਿਆ ਵੀ ਤੁਹਾਡੀ ਜ਼ਮੀਨ ਨੂੰ ਕੋਈ ਖਤਰਾ ਨਹੀਂ ਹੈ, ਇਹ ਤੁਹਾਡਾ ਵਹਿਮ ਹੈ। ਤੀਜਾ, ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਮੰਡੀਆਂ ਦੇ ਉੱਤੇ ਜੇ ਟੈਕਸ ਲਾਉਣ ਦੀ ਗੱਲ ਹੈ ਤਾਂ ਕੇਂਦਰ ਸੂਬਾ ਸਰਕਾਰਾਂ ਨੂੰ ਅਸੀਂ ਅਧਿਕਾਰ ਦੇ ਦਿੰਦੇ ਹਾਂ। ਇੱਦਾਂ ਹੀ ਜੇ ਮੰਡੀਆਂ ਨੂੰ ਰੈਗੂਲੇਟ ਕਰਨ ਦੀ ਗੱਲ ਹੈ, ਉਹ ਵੀ ਅਸੀਂ ਅਧਿਕਾਰ ਦੇ ਦਿੰਦੇ ਹਾਂ। ਤੇ ਇਸ ਤੋਂ ਅੱਗੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਵੀ ਜਿਹੜੀਆਂ APMC ਮੰਡੀਆਂ ਨੇ ਉਹ ਤਾਂ ਟੁੱਟਣੀਆਂ ਨਹੀਂ, ਤੁਹਾਨੂੰ ਐਵੇਂ ਲੱਗਦਾ ਹੈ। ਇੱਕ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਬੜੀ ਸਲਾਹ ਮਸ਼ਵਰਾ ਕਰਿਆ, ਇਹ ਤਾਂ 2000 ਤੋਂ ਚੱਲ ਰਿਹਾ ਸੀ, 2004 ਤੋਂ ਪਹਿਲਾਂ ਉਹਨਾਂ ਨੇ ਕਮੇਟੀਆਂ ਦਾ ਹੋਰਾਂ ਦਾ ਰੈਫਰੈਂਸ ਦਿੱਤਾ ਹੈ। ਇਹ ਗੱਲ ਕਹਿ ਕੇ ਉਹਨਾਂ ਨੇ ਆਪਦੇ ਵੱਲੋਂ ਇਹ ਕਹਿਣ ਦੀ ਕੋਸ਼ਿਸ਼ ਕਰੀ ਹੈ ਕਿ ਤੁਹਾਨੂੰ ਐਵੇਂ ਭਰਮ ਹੈ, ਇਹ ਤਾਂ ਕਿਸਾਨਾਂ ਨੂੰ ਬਹੁਤ ਬੈਨੀਫੀਸ਼ੀਅਲ ਨੇ। ਵਾਰ-ਵਾਰ ਆਪਣੀ ਗੱਲ ਤੇ ਮੋਹਰ ਲਾ ਰਿਹਾ ਕੇਂਦਰ। ਹਾਂਜੀ, ਕੇਂਦਰ ਵਾਰ-ਵਾਰ ਆਪਣੀ ਗੱਲ ਤੇ ਮੋਹਰ ਲਾ ਰਿਹਾ ਕਿ ਅਸੀਂ ਸਹੀ ਹਾਂ। ਹਾਂ, ਤੇ ਇਹ ਮੋਹਰ ਲਾਉਣ ਦਾ ਜਵਾਬ ਜੋ ਆ ਗਿਆ ਕਿਸਾਨਾਂ ਨੇ ਜੋ ਦਿੱਤਾ, ਉਹ ਸਭ ਦੇ ਸਾਹਮਣੇ ਹੈ ਕਿ ਕਿਸਾਨਾਂ ਨੇ ਕਿਹਾ ਕਿ ਇਹ ਗੱਲਾਂ ਕੋਈ ਨਵੀਆਂ ਨਹੀਂ, ਤੁਸੀਂ ਸਾਨੂੰ ਤਜਵੀਜ਼ ਦਿੱਤੀ। ਇਹ ਗੱਲਾਂ ਤੁਸੀਂ ਪਹਿਲਾਂ, ਅੱਜ ਤੋਂ 1 ਮਹੀਨਾ, ਤਕਰੀਬਨ 1 ਮਹੀਨਾ ਪਹਿਲਾਂ 5 ਦਸੰਬਰ ਦੀ ਮੀਟਿੰਗ ਦੇ ਵਿੱਚ ਵੀ ਇਹੀ ਗੱਲਾਂ ਹੋਈਆਂ ਸੀ। ਇਹਨਾਂ ਹੀ ਗੱਲਾਂ ਦਾ ਅਸੀਂ ਤੁਹਾਨੂੰ ਜਵਾਬ ਦਿੱਤਾ ਸੀ। ਫਿਰ ਜਿਹੜੀ ਜਿਸ ਦਿਨ ਅਮਿਤ ਸ਼ਾਹ ਜੀ ਨੇ ਮੀਟਿੰਗ ਕਰੀ ਸੀ ਕਿ ਬੰਦ ਵਾਲੇ ਦਿਨ, ਕਿ ਵੀ ਇਮੀਡੀਏਟਲੀ ਤੁਸੀਂ ਅੱਜ ਹੀ ਮੀਟਿੰਗ ਕਰੋ ਸਾਡੇ ਨਾਲ, ਉਹਦੇ ਵਿੱਚ ਵੀ 8 ਤਰੀਕ ਨੂੰ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਮੰਨਿਆ ਸੀ ਕਿ ਤੁਹਾਡੇ ਤੋਂ ਕੋਈ ਗਲਤੀਆਂ ਹੋਈਆਂ ਨੇ, ਪਰ ਤੁਸੀਂ ਕਿਹਾ ਸੀ ਅਸੀਂ ਤੁਹਾਨੂੰ ਲਿਖ ਕੇ ਪ੍ਰਸਤਾਵ ਭੇਜਾਂਗੇ, ਆਪਦੇ ਸੁਝਾਅ ਸਰਕਾਰ ਨਾਲ ਸਲਾਹ ਕਰਕੇ। ਕਿਹੜੀ ਸਰਕਾਰ ਹੈ? ਅਮਿਤ ਸ਼ਾਹ ਜੀ ਤੋਂ ਉੱਪਰ ਕਿਹੜੀ ਸਰਕਾਰ ਹੈ? ਮਤਲਬ ਮੋਦੀ ਸਾਹਿਬ ਨਾਲ ਹੀ ਸਲਾਹ ਕਰਨੀ, ਹੋਰ ਕਿਹਦੇ ਨਾਲ ਕਰਨੀ ਹੈ? ਪਿਊਸ਼ ਗੋਇਲ ਉੱਥੇ ਸੀਗੇ ਤੇ ਨਰਿੰਦਰ ਤੋਮਰ ਜੀ ਉੱਥੇ ਸੀਗੇ, ਤਾਂ ਮਤਲਬ ਮੋਦੀ ਸਾਹਿਬ ਤੋਂ ਬਗੈਰ ਪੱਤਾ ਨਹੀਂ ਹਿੱਲ ਰਿਹਾ। ਸੋ ਉਹ ਸਲਾਹ ਕਰਕੇ ਜਿਹੜੀ ਸੋ ਕਾਲਡ ਚਿੱਠੀ ਭੇਜੀ 20 ਪੰਨਿਆਂ ਦੀ ਲਿਖ ਕੇ, ਉਹਦੇ ਵਿੱਚ ਵੀ ਆਹ ਹੈ, ਉਹ ਜਿਹੜੀ ਚਿੱਠੀਆਂ ਦਾ ਜਿਹੜਾ ਜਵਾਬ ਸੀ, ਇਹ ਬਾਰ-ਬਾਰ ਕੇਂਦਰ ਸਰਕਾਰ ਇਹ ਕਹਿ ਰਹੀ ਸੀ ਵੀ ਅਸੀਂ ਇਹ ਕਹਿਤਾ ਕਿ ਤੁਸੀਂ ਸਾਨੂੰ, ਸਾਡੇ ਨਾਲ ਗੱਲਬਾਤ ਕਰੋ, ਜਿੱਥੇ ਤੁਸੀਂ ਚਾਹੋਗੇ ਉੱਥੇ ਗੱਲਬਾਤ ਕਰ ਲਓ, ਜਿਹੜੀ ਮਿਤੀ ਨੂੰ ਚਾਹੋਗੇ ਉਸ ਨਾਲ ਮਿਤੀ ਨੂੰ ਕਰ ਲਓ। ਇਹਦੇ ਨਾਲ ਸਰਕਾਰ ਕਿਤੇ ਨਾ ਕਿਤੇ ਪ੍ਰਚਾਰ ਕਰਨ ਦੀ, ਲੋਕਾਂ 'ਚ ਇੱਕ ਵਹਿਮ ਪੈਦਾ ਕਰਨ ਦੀ, ਜਿਹੜੇ ਕਿਸਾਨੀ ਅੰਦੋਲਨ ਨਾਲ ਜੁੜੇ ਨਹੀਂ ਜਾਂ ਜਿਹੜੇ ਬਾਕੀ ਕੰਮਾਂ ਕਾਰਾਂ 'ਚ ਬਿਜ਼ੀ ਨੇ, ਕਿ ਵੀ ਜਿਵੇਂ ਸਰਕਾਰ ਤਾਂ ਬੜੀ ਸਿੱਧੀ ਹੈ ਪਰ ਕਿਸਾਨ ਜਿਹੜੇ ਨੇ ਬੜੇ ਟੇਢੇ ਨੇ, ਕਿਸਾਨ ਬੜੇ ਅੜੇ ਹੋਏ ਨੇ, ਸਰਕਾਰ ਬੜੀ ਫਲੈਕਸੀਬਲ ਹੈ। ਨਿਤ ਨਵੀਂ ਕਿਸਾਨ ਜਥੇਬੰਦੀ ਆ ਜਾਂਦੀ ਹੈ। ਇੱਕ ਹੋਰ ਕਿਸਾਨ ਜਥੇਬੰਦੀ ਆਈ, ਕਹਿੰਦੇ 3 ਲੱਖ ਲੋਕਾਂ ਦੇ ਸਾਈਨ ਕਰਾ ਕੇ ਲਿਆਂਦੇ ਕਿ ਖੇਤੀ ਕਾਨੂੰਨ ਬੜੇ ਚੰਗੇ ਨੇ। ਇਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਪੇਸ਼ ਕੀਤੀਆਂ ਜਾ ਰਹੀਆਂ ਸਰਕਾਰ ਵੱਲੋਂ, ਉਹ ਮੈਂ ਆਉਣਾ ਦੂਜੇ ਗੱਲ ਤੇ, ਪਹਿਲਾਂ ਆਪਾਂ ਚਿੱਠੀ ਦੀ ਗੱਲ ਕਰ ਲਈਏ। ਸੋ ਵੀ ਜਿਵੇਂ ਸਰਕਾਰ ਤਾਂ ਬੜੀ ਨਰਮ ਹੈ, ਨਰਮ ਰੁਖ ਅਖਤਿਆਰ ਕਰ ਰਹੀ ਹੈ, ਲਚਕੀਲੀ ਹੈ, ਪਰ ਕਿਸਾਨ ਬੜੇ ਸਖਤ ਨੇ, ਇਹ ਕਿਹਾ ਜਾ ਰਿਹਾ ਹੈ। ਕਿਸਾਨਾਂ ਨੇ ਜੋ ਜਵਾਬ ਦਿੱਤਾ ਹੈ, ਉਹਨਾਂ ਨੇ ਆਖਿਆ ਵੀ ਇਹ ਸਾਰਾ ਕੁਝ ਪਹਿਲਾਂ ਹੀ ਹੋ ਚੁੱਕਿਆ, ਔਰ ਉਹਦਾ ਵਿਧੀਵਤ ਜਵਾਬ ਦੇ ਵਿੱਚ ਉਹਨਾਂ ਨੇ ਲਿਖਿਆ, ਜਿਹੜਾ ਜੁਆਇੰਟ ਸੈਕਟਰੀ ਨੂੰ ਇਹਨਾਂ ਨੇ ਚਿੱਠੀ ਲਿਖੀ, ਸੰਯੁਕਤ ਸਕੱਤਰ ਨੂੰ ਅਗਰਵਾਲ ਨੂੰ, ਕਿ ਭਾਈ ਇਹ ਗੱਲਾਂ ਪਹਿਲਾਂ ਹੀ ਹੋ ਚੁੱਕੀਆਂ, ਤੁਸੀਂ ਜੇ ਕੋਈ ਕੰਕਰੀਟ, ਅਸੀਂ ਬਿਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹਾਂ, ਜੇ ਤਾਂ ਰੱਦ ਕਰਨ ਬਾਰੇ ਕੋਈ ਚਰਚਾ ਕਰਨੀ ਹੈ ਕੰਕਰੀਟ, ਤਾਂ ਤੁਸੀਂ ਸਾਨੂੰ ਦੱਸੋ, ਜਿਹੜੀ ਡੇਟ ਕਹੋਗੇ
ਜਿਹੜਾ ਸਮਾਂ ਕਹੋਗੇ ਅਸੀਂ ਗੱਲ ਕਰਨ ਨੂੰ ਤਿਆਰ ਹਾਂ। ਔਰ ਇਹ ਮੀਟਿੰਗ ਕਰਕੇ ਫੈਸਲਾ ਕਰਿਆ 40 ਜਥੇਬੰਦੀਆਂ ਨੇ, ਇਹ ਕੋਈ ਇਕੱਲੇ ਦਾ ਫੈਸਲਾ ਨਹੀਂ ਹੈ। ਇਹੀ ਜਿਹੜਾ ਉਗਰਾਹਾਂ ਸਾਹਿਬ ਨੇ ਤੇ ਪੰਨੂ ਸਾਹਿਬ ਨੇ ਪੰਧੇਰ ਸਾਹਿਬ ਨੇ ਬਿਆਨ ਦਿੱਤਾ, ਉਹਦੇ 'ਚ ਵੀ ਇਹੀ ਹੈ ਕਿ ਤੁਸੀਂ ਕੋਈ ਕੰਕਰੀਟ ਪ੍ਰਪੋਜ਼ਲ ਦਿਓਗੇ ਤੇ ਅਸੀਂ ਸਾਰੇ ਇਕੱਠੇ ਹਾਂ। ਇਸ ਗੱਲ ਦੇ ਉੱਤੇ ਇਹ ਵੀ ਵੱਡੀ ਗੱਲ ਹੈ, ਕਿਸਾਨ ਜਥੇਬੰਦੀਆਂ ਚਾਹੇ 3 ਗਰੁੱਪ ਨੇ ਕਿਸਮ ਦੇ, ਇੱਕ ਪਾਸੇ ਜਿਹੜੀਆਂ 30 ਜਥੇਬੰਦੀਆਂ ਨੇ, ਇੱਕ ਪਾਸੇ ਗੁਰਾਹਾਂ ਗਰੁੱਪ ਹੈ, ਇੱਕ ਪਾਸੇ ਬਾਕੀ 4 ਹੋ ਗਏ ਹੁਣ ਤੱਕ ਸੰਯੁਕਤ ਮੋਰਚਾ, ਹਾਲਾਂਕਿ ਉਹ 30 ਦੇ ਨਾਲ ਹੀ ਹੈ, ਤੇ ਇੱਕ ਪਾਸੇ ਪੰਨੂ ਸਾਹਿਬ ਗਰੁੱਪ ਹੈ। ਸੋ ਇਹ ਸਾਰਿਆਂ ਨੇ ਇੱਕੋ ਫੈਸਲਾ ਹੈ ਵੀ ਇਹ ਜਿਹੜੇ ਕਾਨੂੰਨ ਨੇ ਇਹ ਜਿੰਨਾ ਚਿਰ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਕੋਈ ਹੱਲ ਨਹੀਂ ਹੈ। ਤੁਸੀਂ ਐਵੇਂ ਇਹ ਜਿਹੀਆਂ ਇੱਧਰ ਉੱਧਰ ਦੀਆਂ ਚਿੱਠੀਆਂ ਲਿਖ ਕੇ ਭਰਮਾਉਣ ਦੀ ਗੱਲ ਨਾ ਕਰੋ। ਜੇ ਤੁਹਾਡੇ ਕੋਲ ਕੋਈ ਕੰਕਰੀਟ ਪ੍ਰਪੋਜ਼ਲ ਹੈ ਤਾਂ ਭੇਜੋ। ਉਹ ਚਿੱਠੀ ਇਹਨਾਂ ਨੇ ਲਿਖਤੀ, ਇਹ ਜੇ ਮੈਂ ਕਹਾਂਗਾ ਇਹ ਬੜਾ ਸਟੀਕ ਬੜੇ ਜਵਾਬ ਹੈ, ਬਹੁਤ ਵਧੀਆ। ਵੀ ਦੇਖੋ ਆਹ ਗੱਲ ਹੈ ਮੋਟੀ, ਤੁਸੀਂ ਐਵੇਂ ਇੱਧਰ ਉੱਧਰ ਦੀ ਗੱਲ ਕਰੀ ਜਾਓ, ਕਹਾਣੀਆਂ ਪਾਈ ਜਾਓ, ਉਹਦਾ ਕੋਈ ਫਾਇਦਾ ਨਹੀਂ ਹੈ। ਹੁਣ ਮੈਂ ਕਹਾਣੀਆਂ ਦੀ ਗੱਲ ਕਰਦਾ, ਜਿਹੜੀ ਸਭ ਤੋਂ ਵੱਡੀ ਗੱਲ ਇਹਨਾਂ ਨੇ ਕੋਸ਼ਿਸ਼ ਕਰੀ, ਇੱਕ ਪਾਸੇ ਚਿੱਠੀ ਲਿਖ ਰਹੇ ਨੇ, ਦੂਜੇ ਪਾਸੇ ਜਿਵੇਂ ਤੁਸੀਂ ਦੱਸਿਆ ਬਸੀ ਜੀ 3 ਲੱਖ ਕਿਸਾਨਾਂ ਤੋਂ ਦਸਤਖਤ ਕਰਾ ਕੇ ਦਿੱਤੇ ਨੇ, ਇੱਕ ਸੁਪਰੀਮ ਕੋਰਟ 'ਚ ਪਟੀਸ਼ਨ ਪਾਇਆ ਹੈ। ਬੰਦੇ ਕੱਲ ਬੰਦੇ ਫੜੇ ਗਏ ਨੇ, ਜਿਹੜੇ ਉੱਥੇ ਭੇਜੇ ਨੇ 2 ਕੁੜੀਆਂ ਹੋਰ ਮੁੰਡੇ, ਉਹਨਾਂ ਨੇ ਕਿਹਾ ਸਾਡੇ ਨਾਲ 15 ਬੰਦੇ ਆਏ ਹੋਏ ਨੇ। ਉਹ ਸਰਕਾਰ ਭੇਜ ਰਹੀ ਆ ਉੱਥੇ ਗੜਬੜ ਕਰਾਉਣ ਵਾਸਤੇ, ਝੂਠੀਆਂ ਵੀਡੀਓ ਬਣਾਉਣ ਵਾਸਤੇ, ਕਿਸੇ ਨੂੰ ਫੜ ਕੇ ਜਿਹਦਾ ਕੋਈ ਅੰਦੋਲਨ ਨਾਲ ਬਹੁਤਾ ਸ਼ਾਇਦ ਉਹਨੂੰ ਨਾ ਵੀ ਹੋਵੇ, ਉਹ ਤੋਂ ਕਹਾਉਣ ਵਾਸਤੇ ਧੱਕੇ ਜੇ ਨਾਲ ਹੀ ਕਿ ਵੀ ਹਾਂ ਹੁਣ ਤਾਂ ਕਿਸਾਨ ਦਾ ਅੰਦੋਲਨ ਹੈ ਜਿਹੜਾ, ਇਹ ਕੁਝ ਬਹੁਤਾ ਫਾਇਦਾ ਨਹੀਂ ਹੈ। ਕਈਆਂ ਤੋਂ ਇਹ ਵੀ ਕਿਹਾ ਜਾ ਰਿਹਾ ਵੀ ਜੇ ਇੱਥੇ ਬੈਠੇ ਰਹਿਣਾ ਇਹਦਾ ਕੀ ਫਾਇਦਾ ਹੈ, ਜਾਂ ਤਾਂ ਫਿਰ ਪਾਰਲੀਮੈਂਟ ਦੇ ਉੱਤੇ ਜਾ ਕੇ ਕੋਈ ਤੋੜ ਭੰਨ ਕਰੋ ਤੇ ਜਾਂ ਫਿਰ ਵਾਪਸ ਜਾਓ। ਇਹ ਵੀ ਇਹੀ ਕਹਾ ਰਹੇ ਨੇ। ਸੋ ਇਹ ਸਾਰਾ ਕੁਝ ਈਵਨ ਸਟੇਜ ਦੇ ਨੇੜੇ ਫੜੇ ਜਾਂਦੇ ਨੇ ਇਹਨਾਂ ਦੇ ਬੰਦੇ, ਸਟੇਜ ਦੇ ਨੇੜੇ ਜਾ ਕੇ ਹੁਣ ਤਾਂ ਉਹ ਨਾਅਰੇ ਵੀ ਲਾਉਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਔਰਤ ਗਈ ਗਾਜ਼ੀਪੁਰ ਬਾਰਡਰ ਦੇ ਉੱਤੇ, ਉਹ ਔਰਤ ਨੂੰ ਪਤਾ ਵੀ ਉੱਥੇ ਮਰਦ ਜ਼ਿਆਦਾ ਬੈਠੇ ਨੇ, ਔਰਤਾਂ ਨਹੀਂ ਹੈਗੀਆਂ। ਉੱਥੇ ਜਾ ਕੇ ਐ ਮਤਲਬ ਬੋਲ ਰਹੀ ਹੈ ਜਿਵੇਂ ਕੋਈ ਸ਼ਰਮ ਹਿਆ ਦਾ, ਮੈਂ ਕਹਾਂਗਾ ਸਾਰੇ ਤਕਾਜ਼ੇ ਛੱਡ ਕੇ ਜਿਹੋ ਭਾਸ਼ਾ ਬੋਲ ਰਹੀ ਹੈ। ਕਿਉਂਕਿ ਉਹਨਾਂ ਨੇ ਇੰਨਾ ਠਰਮਾ ਦਿਖਾਇਆ। ਆਪਾਂ ਕਹਿੰਦੇ ਹਾਂ ਕਦੇ ਪੰਜਾਬ ਦੇ ਕਿਸਾਨ ਨਹੀਂ, ਮੈਂ ਕਹਾਂਗਾ ਉਹ ਹਾਲਾਂਕਿ ਉਹ ਤਾਂ ਹਰਿਆਣਵੀ ਯੂਪੀ ਕਿਸਾਨ ਸੀਗੇ, ਉਹਨਾਂ ਨੇ ਵੀ ਠਰਮਾ ਰੱਖਿਆ। ਉਹ ਦੂਰ ਉਹਦੇ ਮੂੰਹ ਨੂੰ ਹੱਥ ਨਹੀਂ ਲਾਇਆ, ਕਿਉਂਕਿ ਵੀ ਇਹ ਤਾਂ ਕਿਤੇ ਬਹਾਨਾ ਲਾ ਦੂਗੀ, ਵੀਡੀਓ ਬਣਾ ਲੈਣਗੇ। ਤੇ ਉਹ ਜਾਣ ਕੇ ਨਹੀਂ ਗਈ, ਨਾ ਟਿਕਰੀ ਬਾਰਡਰ ਤੇ ਗਈ ਹੈ ਨਾ ਸਿੰਘੂ ਬਾਰਡਰ ਤੇ ਗਈ। ਉਹਨੂੰ ਪਤਾ ਵੀ ਉੱਥੇ ਔਰਤਾਂ ਬੈਠੀਆਂ ਨੇ ਤੇ ਉੱਥੇ ਤਾਂ ਉਹਦੀ ਝੰਡ ਹੋ ਜਾਣੀ ਹੈ। ਉਹ ਇੰਨਾ ਜ਼ਿਆਦਾ ਉੱਚੀ ਇਹ ਬੀਜੇਪੀ ਦਾ ਇੱਕ ਤੌਰ ਤਰੀਕਾ ਹੈ। ਹੁਣ ਇਹਨਾਂ ਨੇ ਅੱਗੇ ਸ਼ੁਰੂ ਕਰਿਆ ਹੋਇਆ, ਜਿਹੜਾ ਇਸ਼ਤਿਹਾਰ ਦੇਣ ਤੋਂ ਬਾਅਦ ਵੀ ਜਿਹੜਾ ਹਰਿਆਣੇ ਦੇ ਵਿੱਚ ਕਿਸਾਨਾਂ ਨੂੰ ਰੋਕਿਆ ਗਿਆ, ਈਵਨ ਲਾਠੀ ਚਾਰਜ ਕਰਿਆ ਗਿਆ, ਜਿਹੜਾ ਯੂਪੀ 'ਚ ਰੋਕਿਆ ਗਿਆ, ਜਿਹੜੇ ਮੱਧ ਪ੍ਰਦੇਸ਼ 'ਚ ਰੋਕਿਆ ਗਿਆ, ਗੁਜਰਾਤ 'ਚ ਰੋਕਿਆ ਗਿਆ, ਇਹ ਹੁਣ ਆਪਦੇ ਨਾਲ ਜਿਹੜੀ ਕਾਨੂੰਨੀ ਸ਼ਕਤੀ ਹੈ ਪੁਲਿਸ ਦੀ, ਉਹ ਇੱਥੇ ਤਾਂ ਨਹੀਂ ਅਜੇ ਵਰਤ ਰਹੇ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਹੋਇਆ, ਪਰ ਬਾਹਰ ਉਹ ਸ਼ਕਤੀ ਵੀ ਵਰਤਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜੀ ਬੜੀ ਨਜਾਇਜ਼ ਹੈ, ਜਿਹਨੂੰ ਈਵਨ ਯੂਐਨਓ ਨੇ ਨਜਾਇਜ਼ ਕਹਿਤਾ ਵੀ ਭਾਈ ਇਹ ਸ਼ਾਂਤਮਈ ਪ੍ਰੋਟੈਸਟ ਹੈ। ਸੋ ਸਰਕਾਰ ਦਾ ਹੁਣ ਆਪਾਂ ਦੋਹਾਂ ਗੱਲਾਂ ਨੂੰ ਦੇਖ ਲਈਏ। ਇੱਕ ਪਾਸੇ ਸਰਕਾਰ ਦੇ ਹੱਥ ਕੰਡੇ ਨੇ, ਝੂਠਾ ਪ੍ਰਚਾਰ ਕਰਕੇ ਥਾਂ ਥਾਂ ਦੇ ਉੱਤੇ ਝੂਠਾ ਪ੍ਰਚਾਰ ਕਰਿਆ ਜਾ ਰਿਹਾ ਹੈ ਵੀ ਅਸੀਂ ਤਾਂ ਕਾਨੂੰਨ 'ਚ ਹਰ ਬਦਲਾਅ ਕਰਨ ਨੂੰ ਤਿਆਰ ਹਾਂ ਤੇ ਫਾਇਦੇ 'ਚ ਨੇ। ਮੈਂ ਤੁਹਾਨੂੰ ਫਾਇਦੇ ਦੀ ਗੱਲ ਦੱਸ ਦਿੰਦਾ, ਕਾਨੂੰਨਾਂ ਦੀ ਵੱਡੀ ਗੱਲ ਜਿਹੜੀ ਹੈ, ਕਿਸਾਨ ਜਿਸ ਗੱਲ ਤੇ ਅੜੇ ਹੋਏ ਨੇ, ਇਹ ਸਾਡੇ ਦਰਸ਼ਕਾਂ ਨੂੰ ਸਮਝ ਲੈਣੀ ਚਾਹੀਦੀ ਹੈ। ਐ ਨਹੀਂ ਹੈ ਵੀ ਕਿਸਾਨ ਉਦਾਂ ਹੀ ਅੜੇ ਹੋਏ ਨੇ, ਜਿਸ ਗੱਲ ਤੇ ਅੜੇ ਹੋਏ ਨੇ ਉਹ ਇਹ ਹੈ, ਮੁੱਦਾ ਬੇਸਿਕ ਸੰਵਿਧਾਨਕ ਹੈ। ਸੰਵਿਧਾਨ ਦੇ ਵਿੱਚ ਜਿਹੜਾ ਖੇਤੀ ਬਾਰੇ ਕਾਨੂੰਨ ਬਣਾਉਣਾ ਹੈ, ਖੇਤੀ ਬਾਰੇ, ਜ਼ਮੀਨ ਬਾਰੇ, ਖੇਤੀ ਦੀ ਉਪਜ ਨੂੰ ਵੇਚਣ ਬਾਰੇ, ਮੰਡੀਕਰਨ ਜਾਨੀ ਕਿ ਉਹਦਾ, ਤੇ ਉਹ ਮੇਲਿਆਂ ਤੇ ਵੇਚੇ, ਮੰਡੀ 'ਚ ਵੇਚੇ, ਇਹਨਾਂ ਸਾਰਿਆਂ ਵਾਸਤੇ ਜਿਹੜਾ ਅਧਿਕਾਰ ਹੈ ਉਹ ਸੂਬਾ ਸਰਕਾਰ ਦਾ ਹੈ। ਤੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਵੀ ਜੇ ਅੱਜ ਤੁਸੀਂ, ਹਾਲਾਂਕਿ ਬਦਲਾਅ ਤਾਂ ਸਾਡੇ ਕੰਮ ਦੇ ਬਹੁਤੇ ਹੈ ਨਹੀਂ, ਪਰ ਜੇ ਤੁਸੀਂ ਇਹ ਬਦਲਾਅ ਕਰ ਵੀ ਦਿੱਤੇ ਤੇ ਮੰਨ ਲਓ ਹੋਰ 4 ਬਦਲਾਅ ਕਰ ਦਿੰਦੇ ਹੋ, ਜੇ ਉਹ ਜਿਹਨੂੰ ਉਹ ਖੋਖਾ ਕਹਿੰਦੇ ਨੇ, ਵੀ ਜੇ ਤੁਹਾਡਾ ਕਾਨੂੰਨਾਂ ਦਾ ਖੋਖਾ ਮੰਨ ਲਿਆ ਸੀ, ਇਹਦਾ ਮਤਲਬ ਇਹ ਤਾਂ ਹੋ ਗਿਆ ਨਾ ਵੀ ਤੁਹਾਡੇ ਕੋਲ ਅਧਿਕਾਰ ਹੈਗਾ ਕਾਨੂੰਨ ਬਣਾਉਣ ਦਾ। ਤੇ ਇਹ ਕਾਨੂੰਨ ਬਣਾਉਣ ਦਾ ਅਧਿਕਾਰ ਸਭ ਤੋਂ ਘਾਤਕ ਹੈ। ਇਹ ਦੇਸ਼ ਦੀ ਜਮਹੂਰੀਅਤ ਵਾਸਤੇ ਵੀ ਘਾਤਕ ਹੈ, ਦੇਸ਼ ਦੇ ਸੰਘੀ ਢਾਂਚੇ ਵਾਸਤੇ ਵੀ ਘਾਤਕ ਹੈ, ਫੈਡਰਲਿਜ਼ਮ ਵਾਸਤੇ ਵੀ, ਅਤੇ ਇਹ ਕਿਸਾਨੀ ਵਾਸਤੇ ਵੀ ਘਾਤਕ ਹੈ, ਖਪਤਕਾਰ ਵਾਸਤੇ ਵੀ ਘਾਤਕ ਹੈ। ਇਸ ਕਰਕੇ ਕਿਸਾਨ ਜਿਹੜਾ ਸਟੈਂਡ ਲੈ ਰਹੇ ਨੇ ਉਹ ਬੜਾ ਕਾਨੂੰਨੀ, ਬੜਾ ਸੰਵਿਧਾਨਕ, ਬੜਾ ਜਮਹੂਰੀਅਤ ਭਰਿਆ ਸਟੈਂਡ ਹੈ। ਤੇ ਉਸ ਸਟੈਂਡ ਨੂੰ ਮਨਾਉਣ ਵਾਸਤੇ ਆਪਾਂ ਨੂੰ ਪਤਾ ਹੀ ਹੈ ਪੂਰਨ ਸ਼ਾਂਤਮਈ, ਪੂਰ ਅਮਨ ਜਿਹੜਾ ਸਟਰਗਲ ਕਰ ਰਹੇ ਨੇ। ਇਸ ਗੱਲ ਦੀ ਮੈਂ ਕਹਾਂਗਾ ਵੀ ਇੱਕ ਚੇਂਜ, ਇੱਕ ਬਦਲਾਅ। ਸੁਖਵਿੰਦਰ ਜੀ ਤੁਸੀਂ ਯੰਗ ਹੋ, ਮੈਂ ਤਾਂ ਬੁੜਾ ਹੋ ਗਿਆ, ਤੁਸੀਂ ਯੰਗ ਬੰਦੇ ਦੇਖਦੇ ਹੋ ਵੀ ਯੰਗ ਬੰਦੇ ਕੀ ਕਰਦੇ, ਗਰਮ ਖੂਨ ਹੁੰਦਾ ਵੀ ਚੱਕ ਦੋ ਫੱਟੇ, ਲਾ ਦੋ ਅੱਗਾਂ। ਅੱਜ ਅਸੀਂ ਨੌਜਵਾਨ ਦਾ ਜਿਹਦਾ ਇਹ ਬਣਾਇਆ ਸੀ, ਇਹ ਤਾਂ ਜੀ ਨਸ਼ੇੜੀ ਨੇ, ਇਹ ਤਾਂ ਜੀ ਬਾਹਰ ਭੱਜਦੇ ਨੇ, ਇਹ ਤਾਂ ਜੀ ਜ਼ਿੰਮੇਵਾਰ ਨਹੀਂ ਜੀ, ਇਹ ਤਾਂ ਤੋੜ ਭੰਨ ਕਰਦੇ ਨੇ, ਇਹ ਤਾਂ ਅੱਤਵਾਦੀ ਨੇ, ਉਹ ਸਾਰਾ ਅਕਸ਼ ਅੱਜ ਪੰਜਾਬ ਦੇ ਨੌਜਵਾਨ ਨੇ ਇਸ ਅੰਦੋਲਨ ਧੋ ਕੇ ਰੱਖਤਾ। ਉਹ ਇਸ ਗੱਲ 'ਚ ਮਾਣ ਮਹਿਸੂਸ ਕਰਦੇ ਨੇ ਨੌਜਵਾਨ ਕਿ ਜੀ ਅਸੀਂ ਸ਼ਾਂਤਮਈ ਹਾਂ। ਕੱਲ ਮੈਂ ਇੱਕ ਦੇਖ ਰਿਹਾ ਸੀ ਵੀਡੀਓ,
ਉਹਦੇ ਵਿੱਚ ਨੌਜਵਾਨਾਂ ਨੇ ਇਹਨਾਂ ਦੇ ਬੰਦੇ ਫੜੇ। ਮੈਂ ਹੈਰਾਨ ਮੰਨ ਗਿਆ ਵੀ ਉਹਨਾਂ ਨੇ ਉਸ ਬੰਦਿਆਂ ਨੂੰ ਫੜ ਕੇ, ਉਹ ਪਹਿਲਾਂ ਹੇਰਾ-ਫੇਰੀ ਝੂਠ ਬੋਲਦੇ ਰਹੇ, ਸੱਚ ਵੀ ਉਗੜਵਾਇਆ, ਉਹਨਾਂ ਨੂੰ ਹੱਥ ਤੱਕ ਨਹੀਂ ਲਾਇਆ। ਫਿਰ ਨਾਲ ਦੀ ਨਾਲ ਉਹਨਾਂ ਨੂੰ ਬੁਲਾਇਆ, ਆਪਣੇ ਲੀਡਰ ਨੂੰ, ਸਿਰਸਾ ਸਾਹਿਬ ਨੂੰ, ਵੀ ਉਹ ਇਹ ਸਿਆਣੇ ਨੇ, ਉਹ ਫੈਸਲਾ ਕਰਨਗੇ। ਉੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀਆਂ ਲੜਕੀਆਂ ਸੀ, ਉਹਨਾਂ ਨੂੰ ਤਾਂ ਅਸੀਂ, ਉਹ ਬਜ਼ੁਰਗ ਜਿਹੜੇ ਬੈਠੇ ਸੀ, ਉਹਨਾਂ ਨੂੰ ਕਿਹਾ ਜੀ ਤੁਸੀਂ ਇਹਨਾਂ ਨੂੰ ਐਂਟਰ ਕਰੋ, ਐਵੇਂ ਸਾਡੇ ਤੇ ਚਾਰਜ ਹੀ ਨਾ ਲਾ ਦੇਣ। ਇੰਨੀ ਸਿਆਣਪ ਹੈ। ਸੋ ਇਹ ਕਹਿਣਾ ਵੀ ਇਹ ਹੁੱਲੜਬਾਜ਼ੀ ਹੈ ਜੀ, ਇਹਦਾ ਮਤਲਬ ਪੰਜਾਬ ਦਾ ਜਾਂ ਅੰਦੋਲਨਕਾਰੀ ਕਿਸਾਨ ਦਾ ਜਿਹੜਾ ਨੌਜਵਾਨ ਹੈ, ਅੱਜ ਉਹਨੂੰ ਵੀ ਪਤਾ ਲੱਗ ਗਿਆ ਕਿ ਮੇਰੀ ਰੋਜੀ ਰੋਟੀ ਦਾ, ਮੇਰੀ ਜਿਹੜੀਆਂ 2 ਡਲੇ ਜ਼ਮੀਨ ਦੇ ਨੇ, ਜੇ ਖਿਸਕ ਗਏ ਮੈਂ ਭੁੱਖਾ ਮਰੂ, ਮੇਰੀ ਅਗਲੀ ਪੁਸ਼ਤ ਭੁੱਖੀ ਮਰੂਗੀ। ਸੋ ਨੌਜਵਾਨ ਜਿਹੜਾ ਹੈ, ਉਹ ਬੜੇ ਅਨੁਸ਼ਾਸਨਬੱਧ ਢੰਗ ਨਾਲ ਇਹਨਾਂ ਦਾ ਕਾਊਂਟਰ ਕਰ ਰਿਹਾ ਹੈ। ਆਪਣੇ ਬਾਪਾਂ ਦਾ, ਆਪਣੇ ਦਾਦਿਆਂ ਦਾ, ਆਪਣੀਆਂ ਦਾਦੀਆਂ ਦਾ, ਆਪਣੀਆਂ ਮਾਵਾਂ ਦਾ ਸਾਥ ਦੇ ਰਿਹਾ ਹੈ, ਔਰ ਸਾਥ ਕੀ ਦੇ ਰਿਹਾ ਹੈ। ਇਹ ਇੱਕ ਸਭ ਤੋਂ ਵੱਡੀ ਪਿਆਰੀ ਗੱਲ ਹੈ ਇਸ ਅੰਦੋਲਨ ਦੀ, ਜਿਹੜੀ ਸਰਕਾਰ ਨੂੰ ਸਮਝਣੀ ਚਾਹੀਦੀ ਹੈ। ਉਹ ਇਹ ਹੈ, ਉਹ ਕਹਿੰਦਾ ਦੇਖੋ ਜੀ, ਜਿੱਥੇ ਤਾਂ ਹੈਗਾ ਹੈ ਜ਼ੋਰ ਲਾਉਣ ਦਾ ਗੱਲ, ਜਾਗਦੇ ਰਹਿਣ ਦਾ ਗੱਲ, ਤੇ ਤਕਲੀਫ ਝੱਲਣ ਦਾ ਗੱਲ, ਉਹ ਤਾਂ ਅਸੀਂ ਨੌਜਵਾਨਾਂ ਤੇ ਛੱਡੋ, ਤੁਸੀਂ ਪਹਿਰਾ ਅਸੀਂ ਦਿਆਂਗੇ, ਲੰਗਰ ਅਸੀਂ ਵਰਤਾਵਾਂਗੇ। ਜਿਹੜੀਆਂ ਰੋਕਾਂ ਹੋਣਗੀਆਂ, ਜਦ ਤੁਸੀਂ ਹੁਕਮ ਕਰੋਗੇ, ਉਦੋਂ ਉਹਨਾਂ ਨੂੰ ਅਸੀਂ ਦੂਰ ਕਰਾਂਗੇ। ਪਰ ਜਿਹੜਾ ਹੈਗਾ ਚਰਚਾ ਕਰਨ ਦਾ, ਫੈਸਲੇ ਕਰਨ ਦਾ, ਇਹਨੂੰ ਕਿਵੇਂ ਚਲਾਉਣਾ ਹੈ, ਇਹ ਤੁਸੀਂ ਕਰੋ, ਤੁਸੀਂ ਸਿਆਣੇ ਹੋ। ਇਦੋਂ ਵੱਡੀ ਮੈਂ ਕਈ ਵਾਰੀ ਘਰਾਂ 'ਚ ਨਹੀਂ ਇਹੀ ਜੀ ਦੇਖੀ ਸਿਆਣਪ, ਜਿੰਨੀ ਇਸ ਅੰਦੋਲਨ 'ਚ ਇਹ ਸਿਆਣਪ ਹੈ ਵੀ ਅਸੀਂ ਇਕੱਠੇ। ਬਜ਼ੁਰਗਾਂ ਨੂੰ ਜਿਹੜਾ ਅੱਗੇ ਲਾ ਕੇ, ਤਜਰਬੇਕਾਰਾਂ ਨੂੰ ਅੱਗੇ ਲਾ ਕੇ ਉਹਨਾਂ ਚੀਜ਼ ਨੂੰ ਸਮਝਿਆ ਜਾ ਰਿਹਾ। ਦੂਜੀ ਗੱਲ ਡਾਕਟਰ ਸਾਹਿਬ, ਜੇ ਆਪਾਂ ਦੇਖੀਏ ਕਿ ਹੋਸ਼ ਦੋਨੇ ਇਕੱਠੇ ਹੋ ਰਹੇ ਨੇ। ਬਿਲਕੁਲ ਬਿਲਕੁਲ ਬਿਲਕੁਲ, ਉਹ ਵੀ ਜ਼ਰੂਰੀ ਹੈ। ਇੱਕ ਡਾਕਟਰ ਸਾਹਿਬ, ਜੇ ਆਪਾਂ ਦੇਖੀਏ ਕਿ MSP ਤੇ ਕਾਨੂੰਨ ਬਣਾਉਣ ਨੂੰ ਲੈ ਕੇ, ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਆਪਣੇ ਤੁਹਾਡੇ ਆਰਟੀਕਲ ਵਿੱਚ ਵੀ ਹੈ, ਕੂੜ ਪ੍ਰਚਾਰ ਵਾਲੇ 'ਚ, ਕਿ MSP ਦੇ ਕਾਨੂੰਨ ਬਣਾਉਣ ਨੂੰ ਲੈ ਕੇ ਸਰਕਾਰ ਹੱਥ ਪਿੱਛੇ ਕਿਉਂ ਖਿੱਚਦੀ ਹੈ? ਡਰ ਕਿਸ ਗੱਲ ਦਾ ਹੈ? ਪਿਛਲੀਆਂ ਸਰਕਾਰਾਂ ਤੇ ਵੀ ਥੋੜਾ ਜਿਹਾ ਦੱਸਿਓ ਕਿ ਇਹਨਾਂ ਨੇ ਕਿਉਂ ਨਹੀਂ MSP ਤੇ ਕਾਨੂੰਨ ਬਣਾਏ, ਜਿਹੜੇ ਅੱਜ ਦਮਗੱਜੇ ਮਾਰਦੇ ਨੇ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ। ਦੇਖੋ, ਜਿੱਥੋਂ ਤੱਕ ਸਵਾਲ ਹੈ ਸੁਖਵਿੰਦਰ ਜੀ, ਜਿਹੜੀ ਕੋਈ ਵੀ ਸਰਕਾਰ ਆਈ ਹੈ ਪਿਛਲੇ 30 ਸਾਲ 'ਚ, 3 ਦਹਾਕਿਆਂ 'ਚ ਖਾਸ ਕਰਕੇ, ਉਹ ਸਰਕਾਰਾਂ ਕਾਰਪੋਰੇਟ ਦੀ, ਵਿਦੇਸ਼ੀ ਪੂੰਜੀ ਦੀ, ਵਿਦੇਸ਼ੀ ਕਾਰਪੋਰੇਟ ਦੀ ਮਦਦ ਦੇ ਵਾਸਤੇ ਚੱਲੀਆਂ ਹੋਈਆਂ ਨੇ। ਕੋਈ ਥੋੜੀ ਚੱਲੀ, ਕੋਈ ਬਹੁਤੀ ਚੱਲੀ। ਉਹ ਆਮ ਜਨਤਾ ਦੇ, ਉਹਦੇ ਵਿੱਚ ਹੀ ਸਮੇਤ ਕਿਸਾਨਾਂ ਦੇ, ਕਿਸਾਨ ਵੀ ਤਾਂ ਆਮ ਜਨਤਾ ਦਾ ਹਿੱਸਾ ਨੇ, ਉਹਨਾਂ ਦੇ ਉਹ ਹੱਕ ਖੋਣ ਤੇ, ਚਾਹੇ ਮੁਲਾਜ਼ਮਾਂ ਦੇ ਹੱਕ ਨੇ, ਚਾਹੇ ਮਜ਼ਦੂਰਾਂ ਦੇ ਹੱਕ ਨੇ, ਚਾਹੇ ਕਿਸਾਨਾਂ ਦੇ ਹੱਕ ਨੇ। ਜਿਵੇਂ ਹੁਣ ਇਹਨਾਂ ਨੇ ਵੀ ਬਣਾਤਾ ਕਿ ਕਾਨੂੰਨ 'ਚ ਲਿਖਤਾ, ਮਜ਼ਦੂਰਾਂ ਦੇ ਕਾਨੂੰਨ 'ਚ, ਵੀ ਮਜ਼ਦੂਰ ਤੋਂ 12 ਘੰਟੇ ਤੋਂ ਵੱਧ ਕੰਮ ਨਹੀਂ ਲਿਆ ਜਾਏਗਾ। ਜਿਵੇਂ 12 ਘੰਟੇ ਬਹੁਤ ਛੋਟੇ ਨੇ, ਜਦ ਕਿ ਦਿਹਾੜੀ 8 ਘੰਟੇ ਦੀ ਹੁੰਦੀ ਹੈ, 1.5 ਗੁਣਾ ਕੰਮ ਦਾ ਸਵਾਲ ਹੋ ਗਿਆ 19 ਪੈਸਿਆਂ ਤੇ। ਸੋ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਸਰਕਾਰਾਂ ਨੇ, ਜਿਹੜੀ ਸਾਡੀ ਸਿਆਸਤਦਾਨ ਨੇ, ਕਿਸੇ ਨਾ ਕਿਸੇ ਤਰ੍ਹਾਂ, ਸੁਖਵਿੰਦਰ ਜੀ, ਪਿਛਲੇ 30 ਸਾਲ 'ਚ ਤੁਸੀਂ ਵੀ ਦੇਖਦੇ ਹੋ, ਮੀਡੀਆ ਵਾਲ ਤਾਂ ਜ਼ਿਆਦਾ ਪੈਣੀ ਅੱਖ ਹੁੰਦੀ ਹੈ ਤੇ ਜ਼ਿਆਦਾ ਉਹ ਆਲੇ ਦੁਆਲੇ ਦੇਖਦੇ ਨੇ। ਅਸੀਂ ਤਾਂ ਫੇਰ ਕਈ ਵਾਰੀ ਘੱਟ ਇੱਕ ਪਾਸਾ ਦੇਖ ਜਾਂਦੇ ਹਾਂ। ਉਹਦੇ ਵਿੱਚ ਅਸੀਂ ਦੇਖਦੇ ਹਾਂ ਵੀ ਸਰਕਾਰਾਂ ਅੱਜ ਬਣ ਗਈਆਂ ਪਰਿਵਾਰੀ, ਵਪਾਰੀ ਤੇ ਦਰਬਾਰੀ। ਕੋਈ ਲੀਡਰ ਤੁਸੀਂ ਪੂਰੇ ਮੁਲਕ ਦਾ ਚੁੱਕ ਲਓ, ਉਹ ਲੀਡਰ ਜਾਂ ਤਾਂ ਆਪਦੇ ਪੈਸੇ ਵਧਾਉਣ ਤੇ ਲੱਗਿਆ ਹੋਇਆ, ਵਪਾਰ ਵਧਾਉਣ ਤੇ, ਚਾਹੇ ਉਹ ਕੋਈ ਠੇਕਾ ਲਵੇ, ਚਾਹੇ ਆ ਕੱਲ੍ਹ ਆਇਆ ਹੀ ਹੈ ਕੋਲਿਆਂ ਵਾਲੀ ਦਾ ਵੀ, ਕਿਵੇਂ ਉਸਨੇ ਟਾਵਰ ਲਵਾਏ ਨੇ ਇਹਦੇ ਜੀਓ ਦੇ, ਤੇ ਜ਼ਮੀਨਾਂ ਲੈ ਕੇ, ਪਹਿਲਾਂ ਹੀ ਲਿਸਟ ਲੈ ਕੇ। ਇਹ ਕਿਸੇ ਜ਼ਮਾਨੇ ਦੇ ਵਿੱਚ ਇਹ ਹੁੰਦਾ ਸੀ, ਜਦ 60ਵਿਆਂ ਦੇ ਵਿੱਚ ਅਸੀਂ ਸਕੂਲਾਂ 'ਚ ਪੜ੍ਹਦੇ ਸੀ, 50ਵਿਆਂ ਦੇ ਲੇਟ, 60ਵੇਂ ਦੇ ਅਰਲੀ 'ਚ, ਤਾਂ ਉਦੋਂ ਹੁੰਦਾ ਕਿ ਜੀ ਬਜਟ ਦਾ ਨਾ ਕਈ ਵਾਰੀ ਪਹਿਲਾਂ ਪਤਾ ਲਾਉਣਾ ਚਾਹੁੰਦੇ ਨੇ ਜਿਹੜੇ ਬਿਜ਼ਨਸਮੈਨ ਨੇ, ਵੱਡੇ ਜਿਹੜੇ ਇੰਡਸਟਰੀਜ਼ ਨੇ, ਵੀ ਐਤਕੀ ਕਿਹੜੀ ਚੀਜ਼ ਤੇ ਟੈਕਸ ਲੱਗ ਰਿਹਾ ਹੈ ਤੇ ਕਿਹੜੀ ਤੇ ਨਹੀਂ ਲੱਗ ਰਿਹਾ। ਉਦੋਂ ਸਿਰਫ ਇੰਨੀ ਗੱਲ ਹੁੰਦੀ ਤਾਂ ਕਿ ਭਾਅ ਦਾ ਹਿਸਾਬ ਕਿਤਾਬ ਲਾ ਲੈਣ। ਅੱਜ ਇਹ ਕੀ ਪਤਾ ਕਰਦੇ ਨੇ? ਅੱਜ ਇਹ ਪਤਾ ਕਰਦੇ ਨੇ ਵੀ ਕਿਹੜਾ ਟਾਊਨ ਵੱਡਾ ਡਿਵੈਲਪ ਹੋ ਰਿਹਾ ਹੈ, ਕਿੱਥੇ ਨਵਾਂ ਟਾਊਨ ਡਿਵੈਲਪ ਹੋ ਰਿਹਾ ਹੈ, ਕਿੱਥੇ ਨਵੀਂ ਮੰਡੀ ਬਣ ਰਹੀ ਹੈ, ਕਿੱਥੇ ਜੀਓ ਦਾ ਟਾਵਰ ਲੱਗ ਰਿਹਾ ਹੈ, ਕਿੱਥੇ ਕਾਰਖਾਨਾ। ਉਹ ਜ਼ਮੀਨ ਪਹਿਲਾਂ ਖਰੀਦ ਲੈਂਦੇ ਨੇ। ਔਰ ਇਹ ਸਾਰੀਆਂ ਪਾਰਟੀਆਂ ਇਹੀ ਕੁਛ ਕਰਦੀਆਂ ਨੇ, ਸਰਕਾਰ 'ਚ ਬੈਠੀਆਂ ਹੁੰਦੀਆਂ ਨੇ, ਉਹ ਜ਼ਮੀਨ ਲੋਕਾਂ ਨੂੰ ਭੁਚਲਾ ਕੇ ਖਰੀਦਦੀਆਂ ਨੇ, ਮੁੜ ਕੇ ਉਹਦਾ ਬਹੁਤ ਮਹਿੰਗਾ ਮੁੱਲ ਵੇਚਦੀਆਂ ਨੇ। ਡਾਕਟਰ ਸਾਹਿਬ, ਇੱਕ ਮੈਂ ਤੁਹਾਡੀ ਇੱਥੇ ਗੱਲ ਨਾਲ ਗੱਲ ਜੋੜ ਦਿੰਦਾ, ਤੁਹਾਡੀ ਗੱਲ ਵੀ ਤੁਸੀਂ ਜਾਰੀ ਰੱਖਿਓ। ਮੇਰੇ ਚੇਤੇ ਵਿੱਚ ਆਇਆ, ਜਿਵੇਂ ਤੁਸੀਂ ਕਿਹਾ ਕਿ ਕੋਲਿਆਂ ਵਾਲੀ ਦੇ ਜਿਹੜੇ ਉਹ ਟਾਵਰ ਨੇ, ਉਹ ਅੱਜ ਕੱਲ੍ਹ ਚਰਚਾ ਵਿੱਚ ਨੇ। ਰਿਲਾਇੰਸ ਦੇ ਟਾਵਰ ਜਿੱਥੇ ਲੱਗਿਆ ਲਾਹਾ, ਉੱਥੇ ਜ਼ਮੀਨ ਖਰੀਦ ਲਈ ਤੇ ਟਾਵਰ ਲਵਾਤੇ। ਇੱਕ ਥੋੜੇ ਦਿਨ ਪਹਿਲਾਂ ਜਿਹੜੇ MLA ਦਵਿੰਦਰ ਸਿੰਘ ਘੁਬਾਇਆ, ਕਾਂਗਰਸ ਦੇ ਨੇ, ਨੌਜਵਾਨ MLA, ਉਹਨਾਂ ਦੀ ਵੀ ਖਬਰ ਬੜੀ ਚੱਲੀ। ਕਹਿੰਦੇ ਉਹਨਾਂ ਨੇ ਜਿਹੜੀਆਂ ਉਹ ਟਾਈਲਾਂ ਜਿਹੜੀਆਂ ਗਲੀਆਂ ਵਿੱਚ ਲੱਗਦੀਆਂ, ਉਹ ਫੈਕਟਰੀ ਉਹਦੀ ਆਪ ਬਣਾਈ ਬੈਠੇ ਨੇ, ਟਾਈਲਾਂ ਉਹਨਾਂ ਵਿੱਚੋਂ ਫੈਕਟਰੀ। ਉਹ ਕਹਿੰਦੇ ਵਪਾਰ ਕਰਨ ਦਾ ਹੱਕ ਹੈ, ਅਸੀਂ ਵੀ ਵਪਾਰ ਕਰ ਸਕਦੇ ਹਾਂ। ਹਾਂ, ਤੁਹਾਡੀ ਗੱਲ ਆ ਗਈ ਨਾ ਕਿ ਵਪਾਰੀ ਨੇ। ਬਿਲਕੁਲ, ਪੇਵਰ ਬਲਾਕਸ ਉਹਨਾਂ ਨੇ ਕਾਂਗਰਸੀਆਂ ਦੇ ਸਾਰਿਆਂ ਦੇ ਵਪਾਰ ਨੇ।
ਕੋਈ ਕਾਂਗਰਸੀ ਆ ਹੁਣ ਜਿਵੇਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦਾ ਰੌਲਾ ਸੀ, ਪ੍ਰਾਈਵੇਟ ਸਕੂਲ ਸਾਰੀ ਅਦਾਰੇ ਚਲਾਉਂਦੇ ਨੇ। ਦਲਿਤਾਂ ਦੇ ਸਕਾਲਰਸ਼ਿਪ ਦਾ ਰੌਲਾ ਸੀ, ਉਹ ਸਾਰੀਆਂ ਪਾਰਟੀਆਂ ਦੇ ਬੰਦਿਆਂ ਦੇ ਸਕੂਲ ਨੇ ਜਾਂ ਪ੍ਰਾਈਵੇਟ ਕਾਲਜ ਨੇ, ਇੰਸਟੀਟਿਊਸ਼ਨ ਨੇ ਜਿਨ੍ਹਾਂ ਨੂੰ ਸਕਾਲਰਸ਼ਿਪ ਖਾਧਾ। ਸੋ ਇਸ ਕਰਕੇ ਇਹ ਸਾਰੇ ਇੱਕ ਇਸ ਹਮਾਮ 'ਚ ਸਾਰੇ ਬਰਾਬਰ ਨੇ। ਉਹ ਠੀਕ ਹੈ, ਕੋਈ ਤਾਕਤ ਕਿਤੇ ਆ, ਕੋਈ ਕਿਤੇ ਆ, ਕੋਈ ਕੁਛ ਕਰਦਾ ਹੈ। ਇਸੇ ਕਰਕੇ ਜੇ ਤੁਸੀਂ ਦੇਖੋਗੇ ਅੱਜ ਜਿਹੜੀਆਂ ਸਾਡੀਆਂ ਸਿਆਸੀ ਪਾਰਟੀਆਂ ਨੇ ਉਹ ਸਿਆਸਤ ਕਰਨ ਦੀ ਬਜਾਏ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਕੋਈ ਉਹਨਾਂ ਦੇ ਹਮਾਇਤੀ ਬਣ ਕੇ, ਕੋਈ ਉਹਨਾਂ ਦੇ ਵਿਰੋਧੀ ਬਣ ਕੇ। ਜਿਹੜੀਆਂ ਰਾਜ ਕਰਦੀਆਂ ਪਾਰਟੀਆਂ ਨੇ ਵਿਰੋਧੀ ਰਾਜ ਕਰਦੀਆਂ ਇਹ ਬੀਜੇਪੀ ਦੇ ਨਾਲ ਦੀਆਂ, ਉਹ ਤਾਂ ਉਹਨਾਂ ਦੇ ਵਿਰੋਧ 'ਚ ਉੱਥੇ ਸ਼ਾਮਲ ਹੁੰਦੀਆਂ ਨੇ, ਚਾਹੇ ਗੁੰਡੇ ਭੇਜਣ, ਚਾਹੇ ਬਦਮਾਸ਼ ਭੇਜਣ, ਚਾਹੇ ਆਪਦੇ ਕਾਰਿਆਕਰਤਾ ਭੇਜਣ। ਤੇ ਜਿਹੜੀਆਂ ਹੈਗੀਆਂ ਨੇ ਇਹ ਦੂਜੀਆਂ ਪਾਰਟੀਆਂ ਬੀਜੇਪੀ ਦੀਆਂ ਵਿਰੋਧੀ, ਐਨਡੀਏ ਨੇ ਵਿਰੋਧੀ, ਉਹ ਕੋਸ਼ਿਸ਼ ਕਰਦੇ ਹਨ ਵੀ ਅਸੀਂ ਇੱਥੇ ਆ ਕੇ ਭਾਸ਼ਣ ਦੇ ਦਈਏ। ਆ ਰਵਨੀਤ ਬਿੱਟੂ ਨੇ ਜਿੰਨਾ ਮਤਲਬ ਮੈਂ ਕਹਾਂਗਾ ਇੱਕ ਐਮਪੀ ਦਾ ਫਰਜ਼ ਹੀ ਨਹੀਂ ਬਣਦਾ ਸੀ, ਜਿੱਦਾਂ ਉਹਨਾਂ ਨੇ ਕਿਸਾਨੀ ਅੰਦੋਲਨ ਤੇ ਉਹਨੂੰ ਪੁੱਛੋ ਵੀ ਤੇਰੇ ਨਾਲ 4 ਕਿਸਾਨ ਹੈਗੇ ਨੇ, ਕਦੇ ਤੂੰ ਆਪਣੇ ਦਾਦੇ ਦੇ ਉਸ ਦੇ ਉੱਤੇ ਬਣ ਗਿਆ ਐਮਪੀ, ਤੇਰੀ ਕਿਹੜੀ ਕੁਰਬਾਨੀ ਸੀ ਇਸ ਵਾਸਤੇ? ਦਾਦੇ ਦੀ ਕੁਰਬਾਨੀ ਸੀ, ਤੇਰੀ ਤਾਂ ਕੋਈ ਨਹੀਂ ਸੀ। ਤੂੰ ਬਣ ਕੇ ਤੂੰ ਚੈਲੰਜ ਕਰਦਾ ਕਿਸਾਨਾਂ ਨੂੰ ਵੀ ਇਹਨਾਂ ਦੀ ਸਟੇਜ ਤੇ ਮੈਂ ਦੇਖਾਂਗਾ ਕੌਣ ਨਹੀਂ ਬੋਲਣ ਤੋਂ ਰੋਕਦਾ। ਹੂ ਆਰ ਯੂ ਟੂ ਸੇ? ਤੂੰ ਕੌਣ ਹੈ ਇਸ ਗੱਲ ਨੂੰ ਕਹਿਣ ਵਾਲਾ? ਤੈਨੂੰ ਤਾਂ ਕੋਈ ਅਧਿਕਾਰ ਨਹੀਂ। ਹੋਵੋਗੇ ਤੁਸੀਂ ਐਮਪੀ, ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ, ਤੁਸੀਂ ਐਮਪੀ ਹੋ, ਪਰ ਜਿਹੜੇ ਤੁਸੀਂ ਐਮਪੀ ਹੋ ਤਾਂ ਤੁਹਾਨੂੰ ਬੋਲ ਬਾਣੀ ਵੀ ਆਪਦੀ ਤੇ ਤੁਹਾਨੂੰ ਇਹੋ ਜਿਹੇ ਦਾਅਵੇ ਕਰਨੇ ਠੀਕ ਨਹੀਂ ਹੈਗੇ। ਨਾ ਤਾਂ ਤੁਸੀਂ ਅੰਦੋਲਨਕਾਰੀ ਬਣ ਸਕਦੇ ਹੋ ਕੱਢੇ, ਤੇ ਲਿਆਓ ਨਾ ਫਿਰ ਇੱਥੇ। ਤੁਸੀਂ ਆਪਦੀ ਤੁਹਾਡੀ ਪਾਰਟੀ ਆ ਕਾਂਗਰਸ ਪਾਰਟੀ, ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਹੋ 78 ਸੀਟਾਂ ਤੁਸੀਂ ਜਿੱਤੀਆਂ ਨੇ, ਤੁਸੀਂ ਕਹਿੰਦੇ ਹੋ ਅਸੀਂ ਪੰਚਾਇਤਾਂ ਦੀਆਂ ਵੀ ਬੜੀਆਂ ਚੋਣਾਂ ਜਿੱਤੀਆਂ ਨੇ, ਫਿਰ ਲਾ ਦਿਓ ਧਰਨੇ ਵੀ ਫੈਡਰਲਿਜ਼ਮ ਦੇ, ਫਿਰ ਕਹੋ ਵੀ ਸਾਡੇ ਪੰਜਾਬ ਦੇ ਵੱਧ ਅਧਿਕਾਰ ਦਿਓ। ਵੱਧ ਅਧਿਕਾਰਾਂ ਦੀ ਕਾਂਗਰਸ ਪਾਰਟੀ ਲੜਦੇ, ਉਹਨੂੰ ਕੋਈ ਰੋਕਦਾ? ਅਕਾਲੀ ਦਲ ਲੜਦੇ ਵੱਧ ਅਧਿਕਾਰਾਂ ਦੀ ਲੜਾਈ, ਉਹਨੂੰ ਕੋਈ ਰੋਕਦਾ? ਸੋ ਜਿਹੜੀ ਲੜਾਈ ਸਿਆਸਤ ਨੇ ਲੜਨੀ ਹੈ ਉਹ ਤਾਂ ਲੜ ਨਹੀਂ ਰਹੀ। ਦੂਜਾ ਇਹਨਾਂ ਦੇ 9 ਐਮਪੀ ਨੇ, ਜਿਹੜੇ ਇਹ 9 ਐਮਪੀ ਨੇ ਇਹ ਜਾ ਕੇ ਜਿਹੜੇ ਸਾਰੇ ਵਿਰੋਧੀਆਂ ਦੇ, ਇਹ 9 ਦੇ 9 ਐਮਪੀ ਰਿਜ਼ਾਈਨ ਕਰਨਾ ਸ਼ੁਰੂ ਕਰ ਦੇਣ। ਕਿਉਂ ਨਹੀਂ ਕਰਦੇ? ਕਿ ਜੀ ਅਸੀਂ ਨਹੀਂ, ਤੁਸੀਂ ਤਾਂ ਪਾਰਲੀਮੈਂਟ ਨੂੰ ਮੰਨਦੇ ਹੀ ਨਹੀਂ। ਦੇਖੀ ਜਾਓ ਚੋਣ ਤਾਂ ਐਡੀ ਛੇਤੀ ਜੇ ਹੋ ਵੀ ਜਾਊ, ਪੰਜਾਬ 'ਚ ਜਿੱਤਣਗੇ ਤਾਂ ਫਿਰ ਵੀ ਇਹੀ ਇੱਕ ਵਾਰੀ ਇਹ ਤਾਂ ਦਿਖਾਉਣ ਵੀ ਸਾਡਾ ਕੋਈ ਰੋਸ ਹੈ। ਲੋਕਾਂ ਨੇ ਆਪਦੇ ਤਗਮੇ ਵਾਪਸ ਕਰਤੇ, ਲੋਕਾਂ ਨੇ ਆਪਦੇ ਸਰਟੀਫਿਕੇਟ ਵਾਪਸ ਕਰਤੇ, ਲੋਕਾਂ ਨੇ ਬਾਹਰ ਛੱਡਤੇ, ਲੈਣਾ ਬੰਦ ਕਰਤਾ ਵੀ ਮੈਂ ਤਾਂ ਲੈਣੇ ਹੀ ਨਹੀਂ ਜੀ ਤੁਹਾਡਾ ਨਾਮ। ਤੇ ਇਹਨਾਂ ਨੂੰ ਕੀ ਉਹ ਕਦਮਸ਼ੀਲੀ ਲੋਕਾਂ ਨੇ ਵਾਪਸ ਕਰੇ? ਸਿਆਸਤਦਾਨਾਂ ਨੇ ਕਰੇ ਨਾ, ਵਿੱਚ ਉਹਨਾਂ ਦੇ ਬਾਦਲ ਸਾਹਿਬ ਨੇ ਵੀ ਕਰਿਆ, ਢੀਂਡਸਾ ਸਾਹਿਬ ਨੇ ਵੀ ਕਰਿਆ। ਪਰ ਮੈਂ ਇਹ ਕਹਿਣਾ ਵੀ ਜਿਹੜਾ ਅੱਜ ਕਿਸਾਨੀ ਅੰਦੋਲਨ ਹੈ, ਇਸ ਨੇ ਇਹਨਾਂ ਨੂੰ ਵੀ ਰਾਹ ਦਿਖਾਇਆ, ਪਰ ਇਹ ਉਹ ਤੋਂ ਸਿੱਖ ਨਹੀਂ ਰਹੇ ਸਾਰੀਆਂ ਸਿਆਸੀ ਪਾਰਟੀਆਂ ਹੀ। ਜੇ ਅਸੀਂ ਦੇਖੀਏ ਅੱਜ ਇੱਕ ਬਿਆਨ ਆਇਆ, ਕੱਲ ਦਿੱਤਾ ਮੈਂ ਤੁਹਾਨੂੰ, ਅੱਜ ਆਇਆ ਹੈ ਸ਼ਰਦ ਪਵਾਰ ਜੀ ਨੇ ਐਨਸੀਪੀ ਵੱਲੋਂ, ਤੇ ਵਿਜਨ ਨੇ ਮੁੱਖ ਮੰਤਰੀ ਨੇ ਕੇਰਲਾ ਦੇ, ਉਹਨਾਂ ਨੇ ਆਪਦੇ ਸੂਬੇ ਵੱਲੋਂ, ਤੇ ਜਿਹੜੇ ਅਖਿਲੇਸ਼ ਯਾਦਵ ਨੇ ਆਪਦੇ ਵੱਲੋਂ, ਤੇ ਜਿਹੜੇ ਹੈਗੇ ਨੇ ਸੰਜੇ ਰਾਉਤ ਉਹਨਾਂ ਨੇ ਸ਼ਿਵ ਸੈਨਾ ਵੱਲੋਂ ਇਹ ਬਿਆਨ ਦੇਣ ਦੀ ਦਿੱਤਾ ਅੱਜ, ਕਿੰਨੇ ਮਹੀਨਿਆਂ ਬਾਅਦ? 3 ਮਹੀਨਿਆਂ ਬਾਅਦ, ਕਿ ਜੀ ਕਿਸਾਨਾਂ ਦਾ ਅੰਦੋਲਨ ਬੜਾ ਜਾਇਜ਼ ਹੈ ਤੇ ਕੇਂਦਰ ਨੂੰ ਇਹ ਗੱਲ ਸੁਣ ਕੇ ਕਾਨੂੰਨ ਰੱਦ ਕਰਨੇ ਚਾਹੀਦੇ ਨੇ। ਮੈਂ ਕਹਿੰਦਾ ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ ਹੈ। ਲੇਟ ਆਏ ਦੇਰ ਆਏ ਦਰੁਸਤ ਆਏ। ਅਕਾਲੀ ਦਲ ਨੇ ਅਸਤੀਫਾ ਦਿੱਤਾ, ਵਧੀਆ ਗੱਲ ਹੈ, ਮੈਂ ਇਹਨਾਂ ਨੂੰ ਕੋਈ ਘਟਾ ਕੇ ਨਹੀਂ ਲਿਖ ਰਿਹਾ। ਪਰ ਜਿੱਥੇ ਉਹ ਇਹ ਗੱਲਾਂ ਕਰਦੇ ਨੇ, ਅੱਜ ਦੇਸ਼ ਦੇ ਵਿੱਚ ਜਿਵੇਂ ਜੇਬੀ ਮੂਵਮੈਂਟ ਚੱਲੀ ਸੀ, ਸਾਰੇ ਬੰਦੇ ਕਦੇ ਵੀ ਦੇਸ਼ 'ਚ ਦੁੱਧ ਧੋਤੇ ਨਹੀਂ ਹੁੰਦੇ। ਈਵਨ ਮੂਵਮੈਂਟ ਆ, ਸਾਰੇ ਬੰਦੇ ਦੁੱਧ ਧੋਤੇ ਨਹੀਂ ਹੁੰਦੇ, ਕਿਉਂਕਿ ਕਿਤੇ ਨਾ ਕਿਤੇ ਬੰਦਾ ਜੀਵਨ 'ਚ ਗਲਤੀ ਕਰ ਜਾਂਦਾ ਹੈ। ਉਹ ਜਦ ਮਰਜੀ ਉਹਦੀ ਜੀਵਨ ਦੀ ਗਲਤੀ ਨੂੰ ਫੜ ਲਓ ਤੁਸੀਂ, ਬਹੁਤ ਰੇਅਰ ਨੇ ਜਿਨ੍ਹਾਂ ਦੀ ਤੁਸੀਂ ਗਲਤੀ ਬਹੁਤੀ ਫੜ ਨਹੀਂ ਸਕਦੇ, ਬਾਕੀਆਂ ਦੀ ਤੁਸੀਂ ਫੜ ਸਕਦੇ ਹੋ। ਪਰ ਜੇ ਇਕੱਠੇ ਹੋ ਕੇ ਅੱਜ ਡਰ ਨਿਰਭੈ ਹੋ ਕੇ ਵੀ ਜਿੱਥੇ ਬੀਜੇਪੀ ਜੋ ਕੁਝ ਕਰਦੀ ਹੈ, ਤਾਂ ਜੇ ਕਿਤੇ ਟੈਂਟ ਲਾਉਣ ਤੱਕ ਵੀ ਆਪਦੇ ਬੰਦਿਆਂ ਤੋਂ ਡਵਾਉਂਦੀ ਹੈ, ਔਰ ਉਹਦੇ 'ਚ ਜਿਹੜਾ ਮਰਜੀ ਤੁਸੀਂ ਖੋਲ ਲਓ ਹੈ, ਉਹਦੇ ਵਿੱਚ ਤੁਹਾਨੂੰ ਹਰ ਜਗ੍ਹਾ ਦੇ ਉੱਤੇ ਹੇਰਾਫੇਰੀ ਲੱਭੇਗੀ। ਤੇ ਜੇ ਤੁਸੀਂ ਉਹਨਾਂ ਦੀ ਉਹ ਮਿਸਯੂਜ਼ ਕਰਦੇ ਆ, ਆਰਟੀਆਂ ਨੇ ਜਵਾਬ ਨਹੀਂ ਦਿੱਤਾ, ਆਰਟੀਆਂ ਦੇ ਉੱਤੇ ਇਨਕਮ ਟੈਕਸ ਦੇ ਛਾਪੇ ਬਣਾਉਣੇ ਸ਼ੁਰੂ ਕਰਤੇ, ਤੇ ਆਰਟੀ ਹੋ ਗਏ ਇਕੱਠੇ ਵੀ ਚੰਗਾ ਫਿਰ ਅਸੀਂ ਇਹਨਾਂ ਨੂੰ ਅਰੈਸਟ ਕਰਾਂਗੇ। ਕਿਉਂਕਿ ਇਹ ਸਭ ਨੂੰ ਪਤਾ ਪੂਰੇ ਮੁਲਕ ਦੇ ਵਿੱਚ, ਮੋਦੀ ਸਾਹਿਬ ਨੂੰ ਕੀ ਪਤਾ ਨਹੀਂ? ਮੋਦੀ ਸਾਹਿਬ ਆਪ ਨਹੀਂ 2 ਨੰਬਰ 'ਚ ਪੈਸਾ ਇਕੱਠਾ ਕਰਿਆ। ਜਿਹੜਾ ਪੈਸਾ ਇਹਨਾਂ ਨੇ ਪੀਐਮ ਕੇਅਰ ਫੰਡ 'ਚ ਇਕੱਠਾ ਕਰਿਆ, ਉਹਦਾ ਕਾਨੂੰਨ ਹੀ ਇਹਨਾਂ ਨੇ 2 ਨੰਬਰ ਦਾ ਬਣਾਇਆ। ਉਹਦੇ 'ਚ ਲਿਖਿਆ ਹੈ ਵੀ ਜਿਹੜਾ ਕਾਰਪੋਰੇਟ ਪੈਸਾ ਦੇਗਾ ਉਹ ਤਾਂ ਉਸ ਤਰ੍ਹਾਂ ਦੇਗਾ ਜਿਵੇਂ ਸਰਕਾਰੀ ਫੰਡ ਨੂੰ ਦੇਈਦਾ, ਬਾਕੀ ਸਾਰਾ ਕੁਝ ਲਿਖਦਾ ਵੀ ਇਹ ਨਿੱਜੀ ਟਾਈਪ ਦਾ। ਉਹਦੀ ਨਾ ਆਰਟੀਆਈ 'ਚ ਸੂਚਨਾ ਦਿੰਦੇ ਨੇ। ਕਿਹੜਾ ਜਿਹੜਾ ਅੱਜ ਵਪਾਰ ਹੈ, ਈਵਨ ਰੇਹੜੀ ਵਾਲਾ ਕਿਹੜੀ ਰਸੀਦ ਦੇ ਕੇ ਆਪਦਾ ਜੂਸ ਵੇਚੇਗਾ? ਜਾਂ ਜਿਹੜਾ ਸਬਜ਼ੀ ਵੇਚਦਾ ਹੈ, ਜਿਹਨੇ 100 ਰੁਪਏ ਦੀ ਲਿਆ ਕੇ ਸ਼ਾਮ ਨੂੰ 150 ਰੁਪਇਆ ਦੇ ਕੇ 50 ਰੁਪਏ ਜਾਂ 500 ਦੀ ਲਿਆ ਕੇ 700 ਰੁਪਇਆ ਵੱਟਣਾ ਹੈ, 200 ਰੁਪਇਆ ਕਮਾਉਣਾ ਸਾਰੀ ਦਿਹਾੜੀ 'ਚ 300, ਉਹ ਕਿਹੜੀ ਰਸੀਦ ਦੇਊਗਾ ਤੇ ਕਿਹੜੀ ਰਸੀਦ ਦੇ ਕੇ ਖਰੀਦੂਗਾ?
ਬਿਲਕੁਲ, ਮਤਲਬ ਕੁੱਲ ਮਿਲਾ ਕੇ ਜੇ ਆਪਾਂ ਡਾਕਟਰ ਸਾਹਿਬ ਹੁਣ ਆਪਾਂ ਮੈਂ ਅਖੀਰ ਦੇ ਵਿੱਚ ਆਵਾਂ ਕਿਉਂਕਿ ਸਾਡੇ ਕੋਲ ਸਮਾਂ ਵੀ ਉਨਾ ਕੁ ਹੈ। ਜੇ ਆਪਾਂ ਗੱਲ ਕਰੀਏ ਕਿ ਹੁਣ ਕਿਸਾਨੀ ਅੰਦੋਲਨ ਦੀ ਹੁਣ ਤੁਸੀਂ ਦਿਸ਼ਾ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਸਰਕਾਰ ਆਪਣੇ ਥਾਂ ਤੇ ਹੈ ਤੇ ਕਿਸਾਨ ਆਪਣੇ ਥਾਂ ਤੇ ਨੇ, ਵਿੱਚ ਵਿਚਾਲੇ ਕੋਈ ਗੱਲਬਾਤ ਜਿਹੜੀ ਅੱਗੇ ਵੱਧਦੀ ਨਜ਼ਰ ਨਹੀਂ ਆ ਰਹੀ। ਦੇਖੋ ਗੱਲ ਇਹ ਹੈ ਵੀ ਜਿਹੜੀ ਸਰਕਾਰ ਅਜੇ ਆਪਣੀ ਆਕੜ ਇੱਕ ਲੈਵਲ ਸੀ ਪਹਿਲਾਂ, ਜਿਹਦੇ ਵਿੱਚ ਸਰਕਾਰ ਥੱਲੇ ਆਈ ਸੀ, ਉਹਦੇ ਵਿੱਚ ਜਿੰਨਾ ਕੁ ਸਰਕਾਰ ਕਹਿੰਦੀ ਸੀ, ਮੈਂ ਸਾਰੀ ਉਮਰ ਟ੍ਰੇਡ ਯੂਨੀਅਨ ਲੀਡਰ ਰਿਹਾ ਡਾਕਟਰਾਂ ਦਾ, ਤੇ ਉਹਦੇ ਵਿੱਚ ਮੈਨੂੰ ਤਜਰਬਾ ਹੈ। ਜਿੰਨਾ ਕੁ ਸਰਕਾਰ ਕਹਿੰਦੀ ਸੀ ਉਹ ਪੁੱਗਦਾ ਨਹੀਂ ਸੀ। ਉਹ ਠੀਕ ਕਰਿਆ ਕਿਸਾਨ ਜਥੇਬੰਦੀਆਂ ਨੇ ਜਿਹੜਾ ਰੱਦ ਕਰ ਦਿੱਤਾ। ਤੇ ਹੁਣ ਸਰਕਾਰ ਨੂੰ ਮੁੜ ਕੇ ਟੇਬਲ ਤੇ ਲਿਆਉਣ ਵਾਸਤੇ ਬਹਾਨੇ ਸਰਕਾਰ ਜੋ ਮਰਜ਼ੀ ਮਾਰੀ ਜਾਵੇ, ਉਹਨੂੰ ਮੁੜ ਕੇ ਲਿਆਉਣ ਵਾਸਤੇ ਇੱਕ ਹੋਰ ਫਰਦਰ ਸਟਰਗਲ ਨੂੰ ਤਕੜਾ ਕਰਨ ਦੀ ਲੋੜ ਹੈ। ਉਹ ਤਕੜਾ ਸਟਰਗਲ ਕਰ ਰਹੇ ਨੇ ਕਿਉਂਕਿ ਵਿਦੇਸ਼ਾਂ ਦੇ ਵਿੱਚੋਂ ਇੱਕ ਤਾਂ ਇਹਨਾਂ ਦੇ ਖਿਲਾਫ ਆ ਰਿਹਾ ਹੈ ਬੜਾ ਕੁਛ, ਉੱਥੇ ਬੜੀਆਂ ਰੈਲੀਆਂ ਹੋ ਰਹੀਆਂ ਨੇ। ਔਰ ਮੈਂ ਇਹ ਵੀ ਕਹਾਂਗਾ ਵੀ ਕਿਸਾਨ ਵੀ ਜਿਹੜੇ ਅੰਬੈਸੀਆਂ ਨੂੰ ਉੱਥੇ ਜਿਹੜੇ ਪੰਜਾਬੀ ਬੈਠੇ ਨੇ, ਜਿਹੜੇ ਭਾਰਤੀ ਬੈਠੇ ਨੇ, ਉਹ ਭਾਰਤ ਦੀ ਅੰਬੈਸੀ ਨੂੰ ਚਿੱਠੀਆਂ ਲਿਖਣ। ਉਹ ਵਿਦੇਸ਼ੀ ਬੰਦੇ ਉਸ ਮੁਲਕ ਦੇ ਲੋਕਾਂ ਨੂੰ ਨਾਲ ਰਲਾ ਕੇ ਉਹ ਕੋਸ਼ਿਸ਼ ਕਰਨ ਮੈਮੋਰੰਡਮ ਦੇਣ ਦੀ। ਉਹਦੇ ਵਿੱਚ ਸਾਇੰਟਿਸਟ ਹੋ ਸਕਦੇ ਨੇ, ਐਗਰੀਕਲਚਰ ਸਾਇੰਟਿਸਟ ਹੋ ਸਕਦੇ ਨੇ, ਡਾਕਟਰ ਹੋ ਸਕਦੇ ਨੇ, ਰਾਈਟ ਐਕਟਿਵਿਸਟ ਹੋ ਸਕਦੇ ਨੇ, ਤੇ ਡੈਮੋਕ੍ਰੈਟਿਕ ਰਾਈਟਸ ਦੇ ਐਕਟਿਵਿਸਟ ਹੋ ਸਕਦੇ ਨੇ, ਲਿਬਰਲ ਬੰਦੇ ਹੋ ਸਕਦੇ ਨੇ, ਉਹਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਹੋ ਸਕਦੇ ਨੇ, ਕੋਈ ਵੀ ਹੋ ਸਕਦਾ, ਆਮ ਸ਼ਹਿਰੀ ਹੋ ਸਕਦੇ ਨੇ, ਖੇਤੀ ਕਿਸਾਨ ਹੋ ਸਕਦੇ ਨੇ ਉਹਦੇ ਚ, ਕਿ ਉਹ ਮੈਮੋਰੰਡਮ ਦੇਣ ਵੀ ਭਾਈ ਇਹ ਜੇ ਜਾਤੀ ਹੋ ਰਹੀ ਹੈ ਇਹ ਨਾ ਕਰਿਆ ਜਾਵੇ। ਦੂਜਾ ਪਾਸਾ ਜਿਹੜਾ ਸਾਡੇ ਇੰਟਰਨੈਸ਼ਨਲ ਪ੍ਰੈਸ਼ਰ ਦੀ ਗੱਲ ਹੈ ਇਹਦੇ ਚ, ਆਪਦੀਆਂ ਸਰਕਾਰਾਂ ਤੇ ਬਣਾਉਣਾ ਉੱਥੇ, ਦੂਜਾ ਇਸ ਸਰਕਾਰ ਤੇ ਬਣਾਉਣਾ ਅੰਬੈਸੀਆਂ ਦੇ ਰਾਹੀਂ, ਤੀਜਾ ਜਿਹੜਾ ਇੱਥੇ ਇਹਨਾਂ ਨੇ ਕਿਸਾਨਾਂ ਨੇ ਆਪਦਾ ਸ਼ੁਰੂ ਕਰ ਲਿਆ ਵੀ ਆਪਦਾ ਇੱਕ ਵੈਬ ਪੇਜ ਕਿਸਮ ਦਾ IT ਸੈੱਲ, ਜਿਹਦੇ ਰਾਹੀਂ ਇਹ ਜਵਾਬ ਦਿੰਦੇ ਨੇ। ਪਰ ਉਹਨੂੰ ਹੋਰ ਸਤਰਕ ਹੋਣ ਦੀ ਲੋੜ ਹੈ। ਜਿਵੇਂ ਪਿੱਛੇ ਇਹਨਾਂ ਨੇ ਜਿਹੜਾ ਹੈ ਨਿਊਜ਼ 18 ਇਹਨੇ ਚਲਾਤਾ ਕਿ 42 ਜਥੇਬੰਦੀਆਂ ਕੋਰਟ 'ਚ ਚਲੀਆਂ ਗਈਆਂ ਕਿਸਾਨਾਂ ਦੀਆਂ। ਇਹ ਝੂਠ ਸੀ, ਇਹ ਸਾਰੀ ਖਬਰ ਝੂਠ ਹੈ। ਕਿਸਾਨ ਜਥੇਬੰਦੀਆਂ ਉੱਥੇ ਨਹੀਂ ਗਈਆਂ। ਅਸਲ ਦੇ ਵਿੱਚ ਕੋਰਟ ਨੇ ਹੁਕਮ ਕਰਿਆ ਸੀ, ਜਿਹੜਾ ਪਟੀਸ਼ਨ ਕਰਤਾ ਸੀ ਇੱਕ ਸਟੂਡੈਂਟ LLB ਦਾ, ਉਹਨੂੰ ਕਿ ਤੂੰ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਆਪਦੇ ਪਟੀਸ਼ਨ ਦੀ ਕਾਪੀ ਭੇਜ। ਉਹਨੇ ਭੇਜੀ ਹੈ, ਤੇ ਉਹ ਕਿਸਾਨ ਜਥੇਬੰਦੀ ਉੱਥੇ ਜਾਣ ਦਾ ਮੇਰੇ ਕੋਲ ਕੋਈ ਕਾਪੀ ਆਉਂਦੀ ਹੈ ਕੋਰਟ ਦੀ, ਇਹ ਕਿੱਥੇ ਹੋ ਗਿਆ ਕਿ ਮੈਂ ਕੋਰਟ 'ਚ ਚਲਾ ਗਿਆ। ਸੋ ਉਹਨਾਂ ਨੇ ਨਿਊਜ਼ 18 ਨੇ, ਐਡਾ ਵੱਡਾ ਚੈਨਲ ਹੈ ਪਰ ਆਪਾਂ ਨੂੰ ਪਤਾ ਹੀ ਹੈ ਮਰਨੀ ਦਾ ਚੈਨਲ ਹੈ, ਤੇ ਉਹਨੇ ਉਹ ਸਾਰੀ ਦੀ ਸਾਰੀ ਜਿਹੜੀ ਖਬਰ ਹੈ ਗਲਤ ਖਬਰ ਚਲਾਉਂਦੇ ਰਹੇ ਔਰ ਧੱਕੇ ਨਾਲ ਚਲਾਉਂਦੇ ਰਹੇ। ਜੋਗਿੰਦਰ ਯਾਦਵੀ ਜੀ ਨੇ ਉਹਦਾ ਜਵਾਬ ਵੀ ਦਿੱਤਾ ਹੈ। ਪਰ ਮੇਰਾ ਖਿਆਲ ਹੈ ਵੀ ਇਹਨਾਂ ਨੂੰ IT ਸੈੱਲ ਤੇ, ਜਿਵੇਂ ਤੁਸੀਂ ਹੋਰ ਇਹਨਾਂ ਦੇ ਉੱਤੇ ਵੀ ਇਹ ਗੱਲ ਕਰੀ, ਸੋ ਉਸ IT ਸੈੱਲ ਨੂੰ ਜਿਹੜਾ ਪ੍ਰੋਪੇਗੈਂਡਾ ਦਾ ਕੋਸ਼ਿਸ਼ ਕਰੀ ਹੈ, ਮੈਂ ਕਹਾਂਗਾ ਸਾਰੇ ਜਿਹੜੇ ਬੰਦੇ ਜਿੱਥੇ ਵੀ ਕੋਈ ਬੈਠਾ IT ਦਾ ਮਾਹਰ, ਜਿਹਨੂੰ ਮਾੜਾ ਮੋਟਾ ਵੀ ਕੰਮ ਆਉਂਦਾ ਹੈ, ਉਹ ਕਿਸਾਨਾਂ ਦੀ ਅੱਜ ਇਸ ਮਤ ਤੇ ਲੱਗ ਜੇ ਵੀ ਜਿਹੜੀ ਝੂਠੀ ਖਬਰ ਸਰਕਾਰ ਫੈਲਾਉਂਦੀ ਹੈ ਉਹਦੇ ਨਾਲ ਦੀ ਨਾਲ ਉਹ ਕਾਊਂਟਰ ਉਹਨਾਂ ਤੋਂ ਪੁੱਛ ਕੇ, ਆਪ ਨਹੀਂ ਕਰਨੀ, ਆਪਦੀ ਮਰਜ਼ੀ ਨਾਲ ਨਹੀਂ ਲਿਖ ਦੇਣਾ। ਜੇ ਆਪਦੀ ਮਰਜ਼ੀ ਨਾਲ ਲਿਖਣਾ ਤਾਂ ਉਹਨੂੰ ਕਹੋ ਵੀ ਇਹ ਸਰਕਾਰ ਝੂਠ ਬੋਲ ਰਹੀ ਹੈ, ਇੰਨਾ ਤਾਂ ਠੀਕ ਹੈ। ਪੂਰਾ ਉਹਦਾ ਟੈਕਨੀਕਲ ਤਰੀਕਾ ਉਹ ਕਿਸਾਨ ਜਥੇਬੰਦੀਆਂ ਨੇ। ਇੱਕ ਦੂਜਾ, ਕਿਸਾਨ ਜਥੇਬੰਦੀਆਂ ਨੇ ਕੋਸ਼ਿਸ਼ ਕਰੀ ਹੈ, ਇਹ ਬਿਹਾਰ 'ਚ ਵੀ ਗਏ ਨੇ, ਥਾਂ ਥਾਂ ਦੇ ਉੱਤੇ ਸਰਕਾਰਾਂ ਦੇ ਰੋਕ ਲਾਉਣ ਦੇ ਬਾਵਜੂਦ, ਜਿਹੜਾ ਅੱਜ ਲੋੜ ਇਸ ਗੱਲ ਦੀ ਹੈ, ਜਥੇਬੰਦੀਆਂ ਪੂਰੇ ਜਿੱਥੇ ਜਿੱਥੇ ਕਿਸਾਨ ਹੋਰ ਜਥੇਬੰਦੀਆਂ ਇਹਨਾਂ ਦੀਆਂ ਸਮਰਥਕ ਤਾਂ ਹੈਗੀਆਂ ਹੀ ਨੇ, ਉਹ ਉੱਥੇ ਉਸ ਘੋਲ ਨੂੰ ਹੋਰ ਪ੍ਰਚੰਡ ਕਰਨ। ਉਹ ਕਿਵੇਂ? ਉਹ ਪ੍ਰਚੰਡ ਭਾਵੇਂ 2 ਘੰਟੇ ਦੀ ਰੋਜ਼ ਹੜਤਾਲ ਹੋਵੇ ਕਿਤੇ ਨਾ ਕਿਤੇ, ਜਿਵੇਂ ਆੜ੍ਹਤੀਆਂ ਨੂੰ ਜਾਂ ਵਪਾਰੀਆਂ ਨੂੰ ਇਨਵੋਲਵ ਕਰਨਾ ਕਿ ਜੀ ਘੰਟੇ ਦੀ ਅਸੀਂ ਹੜਤਾਲ ਹਫ਼ਤੇ 'ਚ 1 ਦਿਨ ਕਰਿਆ ਕਰਾਂਗੇ, ਜ਼ਰੂਰੀ ਨਹੀਂ ਵੀ ਰੋਜ਼ ਹੋਵੇ, ਹਫ਼ਤੇ 'ਚ 1 ਦਿਨ ਅਸੀਂ ਆਹ ਕਰਾਂਗੇ। ਪਿੰਡਾਂ ਦੇ ਵਿੱਚ, ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਹੋ ਸਕਦਾ ਹੈ ਵੀ ਅਸੀਂ 15 ਦਿਨ 'ਚ ਇੱਕ ਪਿੰਡ ਆਏਗਾ, ਜਾਣੀ ਕਿ 100 ਪਿੰਡ ਹੋਊਗਾ ਪੰਜਾਬ ਦਾ, ਜਿਹੜਾ ਹਰ 15 ਦਿਨਾਂ ਬਾਅਦ 100 ਪਿੰਡ 'ਚ ਜਾਂ ਥਾਲੀਆਂ ਖੜਕਾਏਗਾ, ਜਾਂ ਮੋਦੀ ਦਾ ਪਿੱਟ ਸਿਆਪਾ ਕਰੇਗਾ ਹੈ, ਜਾਂ ਸਰਕਾਰ ਦਾ ਪਿੱਟ ਸਿਆਪਾ ਕਰੇਗਾ, ਠੀਕ ਹੈ। ਤੇ ਇਸੇ ਤਰ੍ਹਾਂ ਹੀ ਤਹਿਸੀਲ ਨੇ ਪਹਿਲਾਂ ਜ਼ਿਲ੍ਹਿਆਂ ਤੇ ਮੈਮੋਰੰਡਮ ਦਿੱਤੇ ਨੇ, ਹੁਣ ਉਹ ਉਦੋਂ ਥੱਲੇ ਲੈ ਜਾਣ ਘੋਲ ਨੂੰ, ਵੀ ਹਰ ਤਹਿਸੀਲ ਦੇ ਉੱਤੇ 1 ਦਿਨ ਫਿਕਸ ਕਰ ਦੇਣ ਵੀ ਫਲਾਣੇ ਦਿਨ ਪੂਰੀਆਂ ਤਹਿਸੀਲਾਂ ਦੇ ਵਿੱਚ ਮੈਮੋਰੰਡਮ ਦਿੱਤਾ ਜਾਏਗਾ। ਪਹਿਲਾਂ 300 ਜ਼ਿਲ੍ਹਿਆਂ 'ਚ ਦਿੱਤਾ ਜਾ ਚੁੱਕਿਆ ਜ਼ਿਲ੍ਹਿਆਂ ਦੇ ਉੱਤੇ। ਇਹ ਬੜੀ ਵੱਡੀ ਗੱਲ ਹੈ। ਇੱਕ ਹੋਰ ਪੋਜ਼ਿਟਿਵ ਗੱਲ ਹੋ ਗਈ ਹੈ, ਜਿਵੇਂ ਨੌਸ਼ਹਿਰਾ ਮੱਝਾ ਸਿੰਘ 'ਚ ਜਿਹੜਾ ਬਣ ਰਿਹਾ ਨਾ ਅਡਾਨੀ ਦਾ ਸਾਇਲੋ, ਉਹਦੇ ਉੱਤੇ ਰੌਲਾ ਇੱਥੇ ਹਰਿਆਣੇ ਵਾਲੇ ਤੇ ਵੀ ਪੈ ਗਿਆ। ਉਹ ਜਿਹੜੇ ਨਵੇਂ ਵੀ ਬਣ ਰਹੇ ਨੇ ਉਹਨਾਂ ਦੇ ਉੱਤੇ ਵੀ ਰੌਲਾ ਪੈਣਾ ਸ਼ੁਰੂ ਹੋ ਗਿਆ। ਇਹ ਵੱਡੀ ਵਧੀਆ ਗੱਲ ਹੈ। ਪਰ ਜਿਹੜੇ ਲੋਕ ਇਹਨਾਂ ਦੇ ਟਾਵਰਾਂ ਦੀ ਤੋੜ ਭੰਨ ਕਰਦੇ ਨੇ, ਮੈਂ ਕਹਾਂਗਾ ਉਹਨਾਂ ਨੂੰ ਇਹ ਸਮਝਾਉਣ। ਉਹ ਪਹਿਲੀ ਗੱਲ ਤਾਂ ਹੋ ਸਕਦਾ ਉਹ ਕਿਸਾਨਾਂ ਦੇ ਹੋਣ ਹੀ ਨਾ, ਉਹ BJP ਹੀ ਕਰਾ ਰਹੀ ਹੋਵੇ, ਕਿਉਂਕਿ ਜੇ ਉੱਥੇ ਉਹਦਾ ਜ਼ੋਰ ਨਹੀਂ ਚੱਲ ਰਿਹਾ, ਇੱਥੇ ਇਹ ਟਾਵਰ ਨੂੰ ਤੋੜਨ ਦਾ ਕੋਈ ਫਾਇਦਾ ਨਹੀਂ ਹੁੰਦਾ। ਉਹਦਾ ਬਾਈਕਾਟ ਜ਼ਿਆਦਾ ਵਧੀਆ, ਬਾਈਕਾਟ ਕਰੋ ਨਾ ਕਿ ਤੋੜੋ। ਤੋੜ ਕੇ ਫਿਰ ਪੁਲਿਸ ਐਕਸ਼ਨ ਦਾ ਮੌਕਾ ਤੁਸੀਂ ਦੇ ਰਹੇ ਹੋ, ਔਰ ਪੁਲਿਸ ਐਕਸ਼ਨ ਦਾ ਮੌਕਾ ਤਾਂ ਕਿਸਾਨ ਤਾਂ ਦਬਾ ਨਹੀਂ ਸਕਦੇ। ਇਹ ਤਾਂ ਕੋਈ ਦੂਜੇ ਦਵਾ ਰਹੇ ਨੇ, ਜਿਹੜੇ ਦੂਜੇ ਦਵਾ ਰਹੇ ਨੇ, ਇਹਨਾਂ ਨੂੰ ਇਹ ਤੇ ਧਿਆਨ ਰੱਖਣਾ ਚਾਹੀਦਾ। ਇੱਕ ਮੈਂ ਹੋਰ, ਮੇਰੀ ਸਮਝ ਬਣਦੀ ਆ ਮੋਟੀ ਜੀ,
ਵੀ ਜਿਹੜੇ ਯੂਥ ਨੂੰ ਜਿਵੇਂ ਇਨਵੋਲਵ ਕਰਿਆ ਇਸ ਤਰ੍ਹਾਂ ਬੱਚਿਆਂ ਨੂੰ ਵੀ ਇਨਵੋਲਵ ਕਰ ਲੈਣਾ ਚਾਹੀਦਾ। ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਵੀ ਇਨਵੋਲਵ ਹੋਏ ਸੀਗੇ। ਉਹ ਦੇਸ਼ ਦੇ ਜਿਹੜੇ ਬੱਚੇ ਨੇ ਉਹ ਵੀ 15-20 ਦਿਨਾਂ 'ਚ ਪਿੰਡ ਵੰਡ ਲੈਣ, ਕਿਉਂਕਿ ਉੱਥੇ ਲੋਕਲ ਬੈਠੇ ਕੋਈ ਸ਼ਕਤੀ ਨਹੀਂ ਲੱਗਦੀ। ਉਹ ਬੱਚੇ ਪਿੰਡ 'ਚ ਨਾਅਰੇ ਲਾਇਆ ਵੀ ਦੇਖੋ ਜੀ ਇਹ ਕਿ ਸਾਡਾ ਫੈਸਲਾ ਕਰੋ, ਸਾਡੇ ਹੱਕ 'ਚ ਇਹ ਕਾਨੂੰਨ ਵਾਪਸ ਲਓ, ਏਦਾਂ ਦੇ 5-4 ਨਾਅਰੇ ਦੇ ਦੇਣ, ਉਹ ਲਗਾਤਾਰ ਲਾਉਣ। ਇਹ ਜਿਹੜੇ ਇਹ ਕੰਮ ਨੇ, ਇਸ ਤੋਂ ਅੱਗੇ ਇਹ ਜਿਹੜੇ ਰਿਟਾਇਰੀ ਨੇ, ਚਾਹੇ ਉਹ IAS ਅਫਸਰ ਨੇ, ਚਾਹੇ ਡਾਕਟਰ ਨੇ, ਚਾਹੇ ਮਾਸਟਰ ਨੇ, ਚਾਹੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨੇ, ਚਾਹੇ ਉਹ ਫੌਜ ਵਾਲੇ ਨੇ, ਚਾਹੇ ਉਹ ਪੁਲਿਸ ਵਾਲੇ ਨੇ, ਉਹਨਾਂ ਸਾਰਿਆਂ ਨੂੰ ਜਿੱਥੇ-ਜਿੱਥੇ ਵੀ ਇਹਨਾਂ ਦੇ ਸਮਰਥਕ ਬੈਠੇ ਨੇ, ਉਹ ਕੋਸ਼ਿਸ਼ ਕਰਨ ਹਰ ਵਰਗ ਇਕੱਠੇ ਹੋ ਕੇ ਜਿੱਥੋਂ ਵੀ ਮੈਮੋਰੰਡਮ ਦਿੱਤਾ ਜਾਵੇ, ਹਰ ਜ਼ਿਲ੍ਹੇ ਤੇ ਮੈਮੋਰੰਡਮ ਭੇਜਣ, DC ਨੂੰ, ਉੱਤੇ ਮੋਦੀ ਸਾਹਿਬ ਨੂੰ ਭੇਜਣ। ਇਹ ਜਿਹੜਾ ਤੌਰ ਤਰੀਕਾ ਹੈ ਕਿ ਇੱਕ ਪ੍ਰੈਸ਼ਰ ਬਣਾਉਣ ਦੀ ਹੁਣ ਲੋੜ ਆ ਹੋਰ ਜ਼ਿਆਦਾ। ਉਹ ਜ਼ਿਆਦਾ ਪ੍ਰੈਸ਼ਰ ਏਦਾਂ ਬਣੇਗਾ ਕਿ ਮਲਟੀਪਲ ਜਿਹੜੇ ਸੈਕਸ਼ਨ ਨੇ ਸੋਸਾਇਟੀ ਦੇ, ਉਹ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ। ਤੇ ਜਿਹੜੇ ਕਿਸਾਨ ਨਾ ਇਹ ਅਪੀਲ ਕਰਨ, ਜਿਹੜੇ ਸਾਡੇ ਵਰਗੇ ਬਾਹਰ ਬੈਠੇ ਨੇ, ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹ ਪੋਲੀਟੀਕਲ ਪਾਰਟੀਆਂ ਤੇ ਪ੍ਰੈਸ਼ਰ ਪਾਉਣ ਕਿ ਤੁਸੀਂ ਫੈਡਰਲਿਜ਼ਮ ਦੀ ਲੜਾਈ ਲੜੋ, ਤੁਸੀਂ ਵੱਧ ਅਧਿਕਾਰਾਂ ਦੀ ਲੜਾਈ ਲੜੋ, ਇਹਦੀ ਬਜਾਏ ਕਿ ਤੁਸੀਂ ਕਿਸਾਨ ਅੰਦੋਲਨ 'ਚ ਦਖਲਅੰਦਾਜ਼ੀ ਕਰੋ। ਸੋ ਮੈਨੂੰ ਐਂ ਲੱਗਦਾ ਹੈ ਵੀ ਇਹ ਅੰਦੋਲਨ ਇਸ ਪਾਸੇ ਨੂੰ ਜਾਏਗਾ ਤਾਂ ਜਿੱਤ ਵੱਲ ਤੇ ਵਧੇਗਾ। ਦੇਖੋ ਮੈਨੂੰ ਤਾਂ ਯਕੀਨ ਹੈ ਸੁਖਵਿੰਦਰ ਜੀ, ਮੈਂ ਸਾਰੀ ਉਮਰ 'ਚ ਇਹ ਦੇਖਿਆ ਹੈ, ਇਹ ਅੰਦੋਲਨ ਜਿੱਤ ਕੇ ਮੁੜੇਗਾ। ਕਿਉਂਕਿ ਅੱਜ ਇੱਕ ਲਾਈਨ 'ਚ ਮੈਂ ਆਪਦੀ ਗੱਲ ਖਤਮ ਕਰਦਾ, ਮੈਨੂੰ ਪਤਾ ਤੁਹਾਡਾ ਟਾਈਮ ਵੀ ਹੋ ਗਿਆ। ਜੀ ਜੀ ਸਰ। ਅੱਜ ਕਿਸਾਨ ਜਿਹੜਾ ਲੜਾਈ ਲੜ ਰਿਹਾ ਹੈ, ਨੌਜਵਾਨ ਜਿਹੜਾ ਲੜਾਈ ਲੜ ਰਿਹਾ ਹੈ, ਜਿਹੜੀ ਔਰਤ ਉੱਥੇ ਬੈਠੀ ਲੜਾਈ ਲੜ ਰਹੀ ਹੈ, ਉਹ ਆਪਣੀ ਰੋਜੀ ਰੋਟੀ ਦੀ, ਆਪਣੀ ਜੀਵਨ ਦੀ ਹੋਂਦ ਦੀ, ਆਪਣੀਆਂ ਪੀੜ੍ਹੀਆਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ, ਆਪਦੀ ਜਾਨ ਬਚਾਉਣ ਦੀ ਲੜਾਈ ਲੜ ਰਹੀ ਹੈ। ਕਹਿੰਦੇ ਸਹਿਆ ਮਾਸ ਖਾਣਾ ਹੈ, ਕਹਿੰਦਾ ਜੀ ਮੇਰਾ ਹੀ ਕੋਈ ਛੱਡ ਦੇ। ਉਹ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ। ਸਰਕਾਰ ਜਿਹੜੀ ਹੈ ਉਹ ਜ਼ਾਲਮ ਹੈ, ਉਹ ਜ਼ੁਲਮ ਵਾਲੇ ਪਾਸੇ ਖੜੀ ਹੈ। ਉਹ ਜ਼ੁਲਮ ਵਾਲੇ ਪਾਸੇ ਖੜ ਕੇ ਉਹ ਅੰਬਾਨੀ ਅਡਾਨੀ ਜਿਹੜੇ ਪਹਿਲੇ ਐਡੇ ਧੰਨਾ ਸੇਠ ਨੇ, ਉਹਨਾਂ ਦੇ ਹੋਰ ਕੋਫਰਜ਼ ਭਰਨ ਦੇ ਵਾਸਤੇ ਲੜਾਈ ਲੜ ਰਹੀ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇੱਕ ਪਾਸੇ ਪਾਪ ਦੀ ਲੜਾਈ ਹੈ, ਪਾਪ ਦੀ ਜੰਜ ਲੈ ਕਾਬਲੋਂ ਧਾਇਆ, ਪਾਪ ਦੀ ਜੰਜ ਲੈ ਕੇ ਰਾਜਾ ਆਇਆ ਹੈ। ਦੂਜੇ ਪਾਸੇ ਜਨਤਾ ਖੜੀ ਹੈ ਤੇ ਉਹ ਜਨਤਾ ਜਿਹੜੀ ਜਨਤਾ ਜਨਾਰਦਨ, ਉਸ ਨੂੰ ਉਹ ਚੈਲੰਜ ਕਰ ਰਹੀ ਹੈ ਤੇ ਮੈਨੂੰ ਲੱਗਦਾ ਹੈ ਵੀ ਜਨਤਾ ਜਿੱਤੇਗੀ। ਜੀ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮਾਂ ਦੇਣ ਲਈ। ਸੋ ਸਾਡੇ ਨਾਲ ਮੌਜੂਦ ਸਨ ਸਿਆਸੀ ਮਾਹਰ ਡਾਕਟਰ ਪਿਆਰਾ ਲਾਲ ਗਰਗ। ਕਿਸਾਨੀ ਅੰਦੋਲਨ ਸੰਭਾਵਨਾਵਾਂ ਮੌਜੂਦਾ ਸਮੇਂ ਦੇ ਵਿੱਚ ਤੇ ਅਗਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਕਿਸਾਨਾਂ ਨੂੰ ਉਲੀਕਣੀ ਚਾਹੀਦੀ ਹੈ, ਉਹਦੇ ਬਾਰੇ ਇੱਕ ਨੇਕ ਸੁਝਾਅ ਜਿਹੜੇ ਇਹਨਾਂ ਨੇ ਦਿੱਤੇ ਨੇ। ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ, ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਧੰਨਵਾਦ।